ਵਾਹਿਗੁਰੂ 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 ਵਾਹਿਗੁਰੂ। ਧਨਾਸਰੀ ਮਹੱਲਾ ਪੰਜਵਾ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਕੀ ਤ੍ਰਿਸ਼ਨ ਨਾ ਬੂਝੀ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਕੀ ਤ੍ਰਿਸ਼ਨ ਨਾ ਬੂਝੀ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਵਿਖਿਆ ਮਹਿ ਕਿਨਹੀ ਤ੍ਰਿਪਤ ਨਾ ਪਾਈ। ਜਿਉ ਪਾਵਕ ਈਂਦਨ ਨਹੀਂ ਤ੍ਰਾਪੈ, ਬਿਨ ਹਰ ਕਹਾ ਅਗਾਈ। ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਕੀ ਮਿਟੈ ਨਾ ਭੂਖਾ। ਉਦਮ ਕਰੈ ਸੁਆਨ ਕੀ ਨਿਆਈ, ਚਾਰੇ ਕੁੰਟਾ ਕੋਖਾ। ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨਾ ਚੂਕੈ। ਦਿਨ ਪ੍ਰਤ ਕਰੈ ਕਰੈ ਪਛੁਤਾਪੈ, ਸੋਗ ਲੋਭ ਮਹਿ ਸੂਕੈ। ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਦਾਨਾ। ਸੁਖ ਸਹਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਦਾਨਾ। ਸੁਖ ਸਹਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸ਼ਬਦ ਬ੍ਰਹਮ ਸਤਿਗੁਰੂ, ਰੂਹਾਨੀਅਤ ਦੇ ਚਸ਼ਮੇ, ਗਿਆਨ ਦੇ ਭੰਡਾਰ, ਸਰਮਾਨਤਾ ਦੇ ਰਹਿਬਰ, ਚੌਰ ਛਤਰ ਤਖਤ ਦੇ ਮਾਲਕ, ਜ਼ਾਹਰਾਂ ਜ਼ਹੂਰ ਹਾਜ਼ਰਾਂ ਹਜ਼ੂਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਦੂਰੋਂ ਨਰੇੜਿਓਂ ਚੱਲ ਕਰਕੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਹਜ਼ੂਰ ਨੇ ਜੋ ਪਾਵਨ ਬਚਨ ਮੁੱਖ ਵਾਕ ਰੂਪ ਵਿੱਚ ਬਖਸ਼ਿਸ਼ ਕੀਤਾ ਹੈ,
ਉਸ ਦਾ ਮੂਲ ਪਾਠ ਆਪ ਜੀ ਨੂੰ ਭਾਈ ਰਣਜੀਤ ਸਿੰਘ ਜੀ ਹੋਰਾਂ ਨੇ ਬੜੇ ਹੀ ਸੁੰਦਰ ਢੰਗ ਨਾਲ, ਸਹਿਜਤਾ ਨਾਲ, ਸੁੰਦਰ ਉਚਾਰਨ ਨਾਲ, ਮਹਾਰਾਜ ਦੀ ਬਖਸ਼ੀ ਹੋਈ ਮਿੱਠੀ ਸੁਰੀਲੀ ਆਵਾਜ਼ ਨਾਲ ਆਪ ਜੀ ਨੂੰ ਬਚਨ ਸਰਵਨ ਕਰਾਇਆ ਹੈ। ਸਤਿਗੁਰੂ ਜੀ ਨੇ ਅੱਜ ਦੇ ਜੋ ਬਚਨ ਅੰਦਰ ਬਖਸ਼ਿਸ਼ ਕੀਤੀ ਹੈ, ਗੁਰੂ ਦਾ ਬਚਨ ਹਰ ਪ੍ਰਾਣੀ ਮਾਤਰ ਲਈ ਹੈ। ਆਪਾਂ ਕਦੇ ਨਾ ਸੋਚੀਏ ਕਿ ਇਹ ਬਚਨ ਤੇ ਹਜ਼ੂਰ ਨੇ ਰਾਜਿਆਂ ਨੂੰ ਆਖਿਆ ਹੈ। ਨਹੀਂ, ਮਹਾਰਾਜ ਨੇ ਇਹ ਬਚਨ ਹਰ ਪ੍ਰਾਣੀ ਮਾਤਰ ਲਈ, ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਸੰਸਾਰ ਦਾ ਉਹ ਪ੍ਰਾਣੀ ਜਿਸ ਨੂੰ ਮਾਇਆ ਦੀ ਬਹੁਤ ਖਿੱਚ ਹੈ, ਉਹ ਕੋਈ ਵੀ ਹੋ ਸਕਦਾ ਹੈ। ਔਰ ਹਜ਼ੂਰ ਨਾਲ ਇਹ ਬਖਸ਼ਿਸ਼ ਕਰਦੇ ਹਨ ਕਿ ਭਾਈ ਇਹ ਜਿਹੜੀ ਤ੍ਰਿਸ਼ਨਾ ਹੈ, ਇਹ ਬੰਦੇ ਅੰਦਰ ਇਤਨੀ ਵੱਧ ਜਾਂਦੀ ਹੈ ਕਿ ਬੰਦੇ ਨੂੰ ਆਪਣੇ ਵੀ ਨਹੀਂ ਦਿਸਦੇ ਹਨ ਕਿ ਕੋਈ ਮੇਰਾ ਆਪਣਾ ਹੈ। ਮਹਾਰਾਜ ਨੇ ਤੇ ਇੰਨਾ ਵੱਡਾ ਸਾਡੇ ਜੀਵਨ ਦੇ ਅੰਦਰ ਸਾਡਾ ਰਾਹ ਸੁਖਾਲਾ ਕੀਤਾ ਕਿ ਏਕ ਪਿਤਾ ਏਕ ਸਕੇ ਹਮ ਬਾਰਕ। ਭਾਵੇਂ ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕ੍ਰਿਸਚਨ ਹੈ, ਕੋਈ ਸਰੇਵੜਾ ਹੈ, ਜੈਨੀ, ਬੋਧੀ, ਕੋਈ ਵੀ ਹੋਵੇ, ਹਰ ਪ੍ਰਾਣੀ ਮਾਤਰ ਨੂੰ ਇਹ ਕਿਹਾ ਕਿ ਅਸੀਂ ਸਾਰੇ ਇੱਕ ਦੂਜੀ ਦੇ ਭਰਾ ਭੈਣ ਭਰਾ ਹਾਂ। ਪਰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬੰਦੇ ਅੰਦਰ ਇਸ ਮਾਇਆ ਦੀ ਖਿੱਚ ਨੇ ਇੰਨਾ ਅੰਨਾ ਕੀਤਾ ਮਨੁੱਖ ਨੂੰ, ਇਹਨੂੰ ਤੇ ਆਪਣੇ ਘਰ ਦੇ ਵਿੱਚ ਆਪਣੇ ਭਰਾ ਵੀ ਨਹੀਂ ਦਿਸਦੇ ਹਨ। ਇਹ ਇੰਨਾ ਅੰਨਾ ਹੋ ਜਾਂਦਾ ਹੈ ਇਸ ਤ੍ਰਿਸ਼ਨਾ ਵਿੱਚ। ਇਹ ਇੱਕ ਅਵਗੁਣ ਹਜ਼ੂਰ ਨੇ ਦੱਸਿਆ ਹੈ ਇਸ ਬਚਨ ਵਿੱਚ। ਮਹਾਰਾਜ ਕਹਿੰਦੇ ਜਦੋਂ ਕਿਸੇ 'ਚ ਅਵਗੁਣ ਆ ਜਾਂਦਾ ਹੈ ਕਿ ਉਹ ਬੰਦਾ ਕੁੱਤੇ ਦੀ ਨਿਆਈ ਹੋ ਜਾਂਦਾ ਹੈ। ਮਨੁੱਖ ਦੀ ਜਿਹੜੀ ਮੰਜ਼ਿਲ ਹੈ ਉਹ ਹੈ ਪ੍ਰਮਾਤਮਾ। ਪਰ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਹੋਣ ਦੀ ਬਜਾਏ, ਉਸ ਵਿੱਚ ਇੱਕਮਿਕ ਹੋਣ ਦੀ ਬਜਾਏ ਇਹ ਕਿਸੇ ਜਾਨਵਰ ਵਿੱਚ ਇੱਕਮਿਕ ਹੋ ਗਿਆ। ਗੁਰੂ ਮਹਾਰਾਜ ਕਹਿੰਦੇ ਨੇ ਕਿ ਦਿਨ ਪ੍ਰਤ ਬੰਦਾ ਆਪਣੇ ਜੀਵਨ 'ਚ ਇਹੋ ਜਿਹੇ ਕਰਮ ਕਰਦਾ ਜਾਂਦਾ ਹੈ ਕਿ ਉਹ ਦਿਨ ਦਿਨ ਪ੍ਰਮਾਤਮਾ ਤੋਂ ਦੂਰ ਹੁੰਦਾ ਜਾ ਰਿਹਾ ਹੈ, ਜਦ ਕਿ ਇਹਦਾ ਹਰ ਕਦਮ ਪ੍ਰਮਾਤਮਾ ਵਾਲੇ ਪਾਸੇ ਨੂੰ ਹੋਣਾ ਚਾਹੀਦਾ ਹੈ। ਮਹਾਰਾਜ ਕਹਿੰਦੇ ਨੇ ਇਹ ਆਤਮਿਕ ਜੀਵਨ ਕਿਵੇਂ ਮਿਲੇ ਕਿ ਅਸੀਂ ਪ੍ਰਮਾਤਮਾ ਦੇ ਨੇੜੇ ਹੋਈਏ। ਗੁਰੂ ਸਾਹਿਬ ਕਹਿੰਦੇ ਨੇ ਬਸ ਇੱਕੋ ਹੀ ਚੀਜ਼ ਹੈ, ਉਹ ਬਾਣੀ ਸਾਰੀ ਅੰਦਰ ਹਜ਼ੂਰ ਨੇ ਉਹੀ ਰਾਹ ਦੱਸਿਆ ਹੈ। ਗੁਰਬਾਣੀ ਇੱਕ ਰਾਹ ਹੈ ਔਰ ਉਹ ਰਾਹ ਹੈ ਨਾਨਕ ਕੇ ਘਰ ਕੇਵਲ ਨਾਮ। ਗੁਰੂ ਪਾਤਸ਼ਾਹ ਜੋ ਬਖਸ਼ਿਆ ਹੋਇਆ ਨਾਮ ਹੈ, ਉਹ ਨਾਮ ਸਤਿਗੁਰੂ ਦੀ ਸਿੱਖਿਆ, ਗੁਰੂ ਦੀ ਦੀਖਿਆ, ਗੁਰੂ ਦੀ ਮੱਤ, ਸਤਿਗੁਰੂ ਦਾ ਗਿਆਨ, ਇਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਿਸ ਦਿਨ ਕਿਸੇ ਨੂੰ ਮਿਲਦਾ ਹੈ, ਉਹ ਮਨੁੱਖ ਪ੍ਰਮਾਤਮਾ 'ਚ ਇੱਕਮਿਕ ਹੋ ਜਾਂਦਾ ਹੈ। ਜੀਵਨ ਜਿਉਂਦਾ ਹੀ ਨਹੀਂ ਹੈ, ਉਹ ਜੀਵਨ ਨੂੰ ਮਾਣਦਾ ਹੈ, ਉਹ ਜੀਵਨ ਦਾ ਆਨੰਦ ਮਾਣਦਾ ਹੈ। ਨਹੀਂ ਤੇ ਲੋਕ ਜੀਵਨ ਜਿਉਂਦੇ ਤੇ ਹਨ ਪਰ ਪਸ਼ੂਆਂ ਵਾਂਗੂ ਦੁੱਖਾਂ ਤੇ ਕਲੇਸ਼ਾਂ ਦੇ ਵਿੱਚ। ਇਹ ਸੰਖੇਪ ਜਿਹਾ ਭਾਵ ਜੋ ਆਪ ਜੀ ਦੇ ਸਨਮੁਖ ਰੱਖਿਆ ਹੈ, ਆਓ ਰਸਨਾ ਪਵਿੱਤਰ ਕਰੋ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਮੁਖ ਵਾਕ ਨਾਲ ਜੁੜਨਾ ਕਰੀਏ ਜੀ। ਸਾਰੀ ਸੰਗਤ ਸਤਿਗੁਰਾਂ ਅੱਗੇ ਸੀਸ ਝੁਕਾ ਕਰਕੇ ਮਹਾਰਾਜ ਦੇ ਇਸ ਬਚਨ ਦਾ ਉਚਾਰਨ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਹਜ਼ੂਰ ਪਿਤਾ
ਗੁਰੂ ਅਰਜਨ ਦੇਵ ਮਹਾਰਾਜ ਰਾਗ ਧਨਾਸਰੀ ਅੰਦਰ ਅੱਜ ਦਾ ਪਾਵਨ ਮੁੱਖ ਵਾਕ ਬਖਸ਼ਿਸ਼ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 672 ਉੱਪਰ ਇਹ ਬਚਨ ਸੁਸ਼ੋਭਿਤ ਹੈ। ਮਹਾਰਾਜ ਬਖਸ਼ਿਸ਼ ਕਰਦੇ ਹਨ, ਵੱਡੇ ਵੱਡੇ ਰਾਜਨ ਅਰ ਭੂਮਨ, ਤਾਕੀ ਤ੍ਰਿਸ਼ਨ ਨਾ ਬੂਜੀ। ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਸ਼ਬਦ, ਇਸ ਪਾਵਨ ਮੁੱਖ ਵਾਕ ਅੰਦਰ ਜੋ ਕੇਂਦਰਿਤ ਭਾਵ ਹੈ, ਸੈਂਟਰਲ ਆਈਡੀਆ ਜਿਸ ਨੂੰ ਅਸੀਂ ਆਖਦੇ ਹਾਂ, ਜੋ ਮਹਾਰਾਜ ਦਾ ਸੁਨੇਹਾ ਹੈ, ਜੋ ਸਾਡੇ ਲਈ ਸਿੱਖਿਆ ਹੈ, ਉਹ ਇਹ ਹੈ, ਵਿਖਿਆ ਮੇਂ ਕਿਨਹੀ ਤ੍ਰਿਪਤ ਨਾ ਪਾਈ। ਵੈਸੇ ਵਿਖਿਆ ਦਾ ਅਰਥ ਜ਼ਹਿਰ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਦੇ ਅਰਥ ਮਾਇਆ ਕੀਤੇ ਹਨ। ਮਾਇਆ ਹਕੀਕਤ ਵਿੱਚ ਜ਼ਹਿਰ ਹੈ। ਮਾਇਆ ਕਿਸ ਨੂੰ ਕਿ ਜਾਂਦੇ, ਜਿਹੜੀ ਬੰਦੇ ਦੀ ਸੋਚ ਹੈ, ਜਿਹਨੂੰ ਅਸੀਂ ਅਨੈਤਿਕਤਾ ਕਹਿੰਦੇ ਹਾਂ, ਜਿਹਨੂੰ ਅਸੀਂ ਅਵਗੁਣ ਕਹਿੰਦੇ ਹਾਂ, ਨਜਾਇਜ਼ ਢੰਗ ਦੇ ਨਾਲ ਕਰਮ ਕਰਨੇ, ਅਸੂਲਨ ਨਾ ਜੀਣਾ, ਬੇਅਸੂਲਨ ਹੋ ਕੇ ਜੀਣਾ, ਮਾਇਆ ਉਸ ਨੂੰ ਕਹਿੰਦੇ ਹਨ। ਜ਼ਹਿਰ ਕੀ ਕੰਮ ਕਰਦਾ ਹੈ? ਜ਼ਹਿਰ ਬੰਦੇ ਨੂੰ ਮਾਰਦਾ ਹੈ। ਮਹਾਰਾਜ ਕਹਿੰਦੇ ਜਿਹੜੀ ਵਿਖਿਆ ਹੈ, ਇਹ ਮਾਇਆ ਹੈ, ਜਿਹੜਾ ਇਹ ਜ਼ਹਿਰ ਹੈ, ਇਹ ਬੰਦੇ ਦੇ ਅੰਦਰ ਤੋਂ ਬੰਦੇ ਨੂੰ ਮਾਰ ਦਿੰਦਾ ਹੈ, ਇਹਦਾ ਦੇਵਤਾਪੁਣਾ ਮਾਰ ਦਿੰਦਾ ਹੈ। ਇਹ ਮਾਇਆ ਬੰਦੇ ਦੇ ਅੰਦਰ ਤੋਂ ਇਨਸਾਨੀਅਤ ਨੂੰ ਮਾਰ ਦਿੰਦੀ ਹੈ, ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦੀ ਹੈ। ਸਾਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਅਵਲ ਅੱਲਾ ਨੂਰ ਉਪਾਇਆ, ਉਹਨੇ ਸਾਨੂੰ ਨੂਰ ਰੂਪ ਵਿੱਚ ਪੈਦਾ ਕੀਤਾ ਹੈ। ਅਸੀਂ ਇਹ ਮੰਜ਼ਿਲ ਤੈਅ ਕਰਦਿਆਂ ਉਸ ਨੂਰ ਤੱਕ ਪਹੁੰਚਣਾ ਹੈ। ਪਰ ਜਦੋਂ ਇਸ ਨੂਰ ਦਾ ਜੀਵਨ 'ਚ ਘਾਟਾ ਪੈ ਜਾਏ, ਇਹ ਚਾਨਣ ਸਾਡੇ ਜੀਵਨ 'ਚ ਨਾ ਰਵੇ, ਫਿਰ ਅਸੀਂ ਕੀ ਬਣ ਜਾਂਦੇ ਹਾਂ? ਪਸ਼ੂ, ਪ੍ਰੇਤ। ਪ੍ਰੇਤ ਦਾ ਭਾਵ ਤੁਸੀਂ ਗੋਬਿੰਦਵਾਲ ਸਾਹਿਬ ਜੋ ਬਾਣੀ ਅੰਦਰ ਮਹਾਰਾਜ ਨੇ ਜ਼ਿਕਰ ਕੀਤਾ ਹੈ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਇਹ ਨਗਰ ਵਸਾਣਾ ਸੀ, ਤੇ ਕੁਝ ਲੋਕ ਸਨ ਜਿਹੜੇ ਬੜੇ ਹਜ਼ੂਰ ਨਾਲ ਨਫ਼ਰਤ ਕਰਦੇ ਸਨ। ਜਦੋਂ ਕੰਧਾਂ ਬਣਾਈਆਂ ਤੇ ਰਾਤ ਨੂੰ ਆ ਕਰਕੇ ਉਹਨਾਂ ਨੇ ਢਾਹ ਜਾਣੀਆਂ। ਸਾਡੇ ਸਾਖੀਕਾਰ, ਇਤਿਹਾਸਕਾਰ ਇਹ ਲਿਖਦੇ ਨੇ ਕਿ ਕੁਝ ਭੂਤ ਪ੍ਰੇਤ ਸਨ ਜਿਹੜੇ ਉਹ ਗੋਇੰਦਵਾਲ ਸਾਹਿਬ ਜਦੋਂ ਬਣ ਰਿਹਾ, ਜਦੋਂ ਉਸਾਰਿਆ ਜਾ ਰਿਹਾ ਸੀ, ਤੇ ਉਹ ਕੰਧਾਂ ਢਾਹ ਜਾਣ, ਉਹ ਕਹਿੰਦੇ ਭੂਤ ਪ੍ਰੇਤ ਢਾਹ ਜਾਂਦੇ ਹਨ। ਪਰ ਸੱਚ ਇਹ ਹੈ ਕਿ ਜਿਹੜਾ ਮਨੁੱਖ ਕਿਸੇ ਦਾ ਵੀ ਘਰ ਢਾਂਦਾ ਹੈ, ਉਹ ਹਰ ਬੰਦਾ ਹੀ ਭੂਤ ਪ੍ਰੇਤ ਹੈ। ਇਹ ਗੁਰਬਾਣੀ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਆਪ ਪੜ੍ਹੋਗੇ, ਹਜ਼ੂਰ ਪਿਤਾ ਜੀ ਬਖਸ਼ਿਸ਼ ਕਰਦੇ ਹਨ ਕਿ ਜੇ ਘਰ ਸਾਧ ਨਾ ਸੇਵੀਐ, ਹਰ ਕੀ ਪੂਜਾ ਨਾਹੀ, ਤੇ ਘਰ ਮਰਹਟ ਸਾਰ ਕੇ ਭੂਤ ਵਸੇ ਤਿਸ ਮਾਹੀ। ਉਹ ਹਰ ਬੰਦਾ ਭੂਤ ਪ੍ਰੇਤ ਹੈ ਜਿਹੜਾ ਕਿਸੇ ਦੇ ਘਰ ਦਾ ਨੁਕਸਾਨ ਕਰਦਾ ਹੈ। ਗੁਰੂ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜੀ ਵਿਖਿਆ ਹੈ, ਇਹ ਜਿਹੜਾ ਜ਼ਹਿਰ ਹੈ, ਬੰਦੇ ਨੂੰ ਐਸੀ ਖੱਡ ਵਿੱਚ ਸੁੱਟਦਾ ਹੈ ਕਿ ਉਹਦਾ ਜੋ ਮਰਤਬਾ ਹੁੰਦਾ ਹੈ, ਉਹ ਮਰਾਤਬਾ ਇਹ ਹੈ ਕਿ ਉਹਦੇ ਵਿੱਚੋਂ ਰੱਬ ਦਿਸੇ। ਉਹ ਮਨੁੱਖ ਨੇ ਇੱਕ ਰਾਜੇ ਵਾਂਗੂ, ਉਹ ਜਿਹੜਾ ਰਾਜਾ ਪ੍ਰਮਾਤਮਾ ਹੈ, ਕਉ ਹਰ ਸਮਾਨ ਨਹੀਂ ਰਾਜਾ, ਉਹ ਰਾਜਾ ਬਣਨ ਦੀ ਬਜਾਏ ਇਹ ਦੁਨੀਆ ਦਾ ਉਹ ਰਾਜਾ ਬਣਨ ਦਾ ਯਤਨ ਕਰਨ ਲੱਗ ਪਿਆ ਕਿ ਦੂਜਿਆਂ ਦੇ ਘਰ ਢਾਹ ਕੇ ਤੇ ਮੈਂ ਆਪਣਾ ਘਰ ਬਣਾ ਲਵਾਂ। ਇਹ ਅਸੀਂ ਮਨੁੱਖ ਦੀ ਕੈਟਾਗਰੀ ਹੈ। ਇੱਕ ਉਹ ਹੈ ਜੋ ਕਹਿੰਦਾ ਮੈਂ ਕੁਛ ਬਣਿਆ ਨਹੀਂ ਹਾਂ ਤੇ ਮੈਂ ਕਿਸੇ ਦਾ ਕੁਛ ਬਣਨ ਵੀ ਨਹੀਂ ਦੇਣਾ ਹੈ। ਇੱਕ ਉਹ ਮਨੁੱਖ ਹੈ ਜੋ ਇਹ ਆਖਦਾ ਹੈ ਕਿ ਚਲੋ ਮੇਰਾ ਬਣ ਜਾਏ ਤੇ ਦੂਜੇ ਦਾ ਉਜੜ ਵੀ ਜਾਏ ਤੇ ਕੋਈ ਗੱਲ ਨਹੀਂ। ਇੱਕ ਐਸਾ ਮਨੁੱਖ ਹੈ ਜਿਹੜਾ ਕਹਿੰਦਾ ਮੇਰਾ ਵੀ ਬਣ ਜਾਏ, ਦੂਜੇ ਦਾ ਵੀ ਬਣ ਜਾਏ।
ਪਰ ਗੁਰੂ ਸਾਹਿਬ ਦੀ ਜਿਹੜੀ ਸ਼ਖਸੀਅਤ ਹੈ ਉਹ ਇਹ ਹੈ ਕਿ ਭਾਵੇਂ ਮੇਰਾ ਕੁਝ ਉਜੜ ਵੀ ਜਾਏ ਪਰ ਲੋਕਾਂ ਦਾ ਕੁਝ ਬਣ ਜਾਏ। ਕਵੀ ਕਵੀਸ਼ਰ ਢਾਡੀ ਸੋਹਣ ਸਿੰਘ ਜੀ ਸੀਤਲ ਦੀਆਂ ਇਹ ਪੰਕਤੀਆਂ, ਜਿਸ ਵਿੱਚ ਉਹਨਾਂ ਨੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਬਾਰੇ ਬਚਨ ਲਿਖਿਆ, ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ। ਤ੍ਰਿਸ਼ਨਾਲੂ ਬੰਦਾ ਜਿਹੜਾ ਉਹ ਦੂਜਿਆਂ ਦੇ ਘਰ ਢਾਣ ਤੇ ਲੱਗਾ ਹੋਇਆ, ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਤੇ ਲੱਗਾ ਹੈ। ਮਹਾਰਾਜ ਨੇ ਉਦਾਹਰਨ ਦਿੱਤੀ ਹੈ ਕਿ ਤ੍ਰਿਸ਼ਨਾ ਕਿਸੇ ਬੰਦੇ ਦੀ ਬੁਝਦੀ ਨਹੀਂ। ਇਸ ਤਰ੍ਹਾਂ ਜਿਵੇਂ ਅੱਗ ਬਲਦੀ ਹੋਵੇ, ਉਹ 'ਚ ਲੱਕੜਾਂ ਪਾਈ ਜਾਓ ਤੇ ਅੱਗ ਕਦੇ ਨਹੀਂ ਕਹਿੰਦੀ ਵੀ ਮੈਂ ਰੱਜ ਗਈ ਹਾਂ। ਕੋਈ ਬੰਦਾ ਐਸਾ ਨਹੀਂ ਮਿਲਦਾ ਜਿਹੜਾ ਕਹੇ ਜੀ ਮੈਂ ਰੱਜ ਗਿਆ ਹਾਂ। ਰੱਜਣ ਦਾ ਭਾਵ ਹੁੰਦਾ ਹੈ ਸੰਤੋਖੀ ਜੀਵਨ, ਸਿਦਕ ਵਾਲਾ ਜੀਵਨ, ਸਬਰ ਵਾਲਾ ਜੀਵਨ। ਅਸੀਂ ਪੜ੍ਹਦੇ ਹਾਂ ਭਾਈ ਗੁਰਦਾਸ ਦੀਆਂ ਇਹ ਪੰਕਤੀਆਂ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਜਿਉਂਦਿਆਂ ਜੀ ਮਨੁੱਖ ਜਿਹੜਾ ਹੈ ਉਹ ਜਿੰਦਾ ਸ਼ਹੀਦ ਬਣ ਸਕੇ। ਜਦੋਂ ਅਸੀਂ ਗੁਰੂ ਦੇ ਬਚਨ ਪੜਾਂਗੇ, ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁਝ ਗਈ ਆਸੇ। ਤ੍ਰਿਸ਼ਨਾ ਦੀ ਅੱਗ ਬੁਝਣ ਦਾ ਭਾਵ ਹੁੰਦਾ ਹੈ ਕਿਸੇ ਚੀਜ਼ ਦਾ ਕੰਟਰੋਲ ਹੋ ਜਾਣਾ। ਤੇ ਕੰਟਰੋਲ ਕੀ ਹੈ? ਗੁਰਬਾਣੀ ਹਮੇਸ਼ਾ ਕਈ ਪਹਿਲੂਆਂ ਉੱਤੇ ਵਿਚਾਰ ਕਰਦੀ ਹੈ। ਸਾਨੂੰ ਇਹ ਬਾਣੀ ਨਹੀਂ ਕਹਿ ਰਹੀ ਕਿ ਸਾਡੇ ਵਿੱਚ ਉਦਮ ਨਹੀਂ ਹੋਣਾ ਚਾਹੀਦਾ, ਸਾਨੂੰ ਕੰਮ ਨਹੀਂ ਕਰਨਾ ਚਾਹੀਦਾ। ਤੁਹਾਨੂੰ ਗੁਰਬਾਣੀ ਦੇ ਵਿੱਚੋਂ ਹਰ ਪੱਖ ਜੀਵਨ ਦਾ ਸਵਾਰਨ ਵਾਸਤੇ ਮਹਾਰਾਜ ਬਚਨ ਕਰਦੇ ਨੇ। ਮਹਾਰਾਜ ਕਹਿੰਦੇ ਮਸ਼ੱਕਤ ਲਹੋ ਮਜ਼ੂਰੀਆਂ ਮੰਗ ਮੰਗ ਖਸਮ ਦਰਾ। ਮਹਾਰਾਜ ਕਹਿੰਦੇ ਮਸ਼ੱਕਤ ਕਰੋ, ਮਿਹਨਤ ਕਰੋ ਤੇ ਮਿਹਨਤ ਦਾ ਹੱਕ ਮੰਗੋ ਵੀ ਭਾਈ ਮੈਂ ਇਹ ਮਿਹਨਤ ਕੀਤੀ ਹੈ, ਮੈਨੂੰ ਮੇਰਾ ਇਹ ਹੱਕ ਮਿਲਣਾ ਚਾਹੀਦਾ ਹੈ। ਜੇ ਅਸਾਂ ਬੰਦਗੀ ਕੀਤੀ ਹੈ ਤੇ ਬੰਦਗੀ ਕਰਕੇ ਵੀ ਅਸੀਂ ਕਹਿੰਦੇ ਪਰਮੇਸ਼ਰ ਜੀ ਤੇਰੀ ਬੰਦਗੀ ਕੀਤੀ ਹੈ, ਤੇ ਜੇ ਫਿਰ ਵੀ ਸਾਡੇ ਨੇੜੇ ਵਿਕਾਰ ਆਉਣ, ਮਹਾਰਾਜ ਸਾਡਾ ਕੀ ਦੋਸ਼ ਹੈ? ਅਸੀਂ ਤੇ ਬੰਦਗੀ ਇਸ ਲਈ ਕੀਤੀ ਹੈ ਕਿ ਕੋਈ ਵਿਕਾਰ ਨੇੜੇ ਨਾ ਆਵੇ। ਗੁਰੂ ਮਹਾਰਾਜ ਕਹਿੰਦੇ ਸੰਸਾਰ ਅੰਦਰ ਵੀ ਜਦੋਂ ਅਸੀਂ ਮਿਹਨਤ ਕਰਦੇ ਹਾਂ ਤੇ ਆਪਣੀ ਮਿਹਨਤ ਦਾ ਹੱਕ ਲੈਣਾ ਚਾਹੀਦਾ। ਸਾਡੇ ਬਜ਼ੁਰਗ ਸਾਨੂੰ ਕਹਿੰਦੇ ਨੇ ਵੀ ਦੱਬ ਕੇ ਵਾਹ ਤੇ ਰੱਜ ਕੇ ਖਾ, ਕਰ ਮਜ਼ਦੂਰੀ ਤੇ ਖਾ ਚੂਰੀ। ਗੁਰਬਾਣੀ ਸਾਨੂੰ ਮਹਾਰਾਜ ਕਹਿੰਦੀ ਅਨਾਜ ਮੰਗੂ ਸੱਤ ਸੀ ਕਾ। ਜਿਹੜੇ ਖੇਤ ਨੂੰ 7 ਸੀਆਂ ਲੱਗੀਆਂ ਹੋਣ, ਜਿਹੜਾ ਖੇਤ 7 ਵਾਰ ਵਾਇਆ ਹੋਵੇ, ਭਾਵ ਜਿਹੜਾ ਮਿਹਨਤ ਦੇ ਨਾਲ ਮਿਲਿਆ ਅਨਾਜ ਹੈ। ਸਾਨੂੰ ਗੁਰਬਾਣੀ ਮਹਾਰਾਜ ਨੇ ਸਾਨੂੰ ਇਹ ਰਸਤਾ ਨਹੀਂ ਦਿੱਤਾ ਕਿ ਜਿਹੜੇ ਲੋਕ ਸ਼ਮਸ਼ਾਨ ਘਾਟ ਵਿੱਚ ਜਾ ਕੇ ਬਹਿ ਗਏ, ਜਦੋਂ ਆਪਾਂ ਕੋਈ ਬੰਦੇ ਨੂੰ ਕੰਮ ਕਰਦਾ ਵੇਖੀਏ ਤੇ ਆਪਾਂ ਕਹੀਏ ਭਾਈ ਇਹ ਬੰਦੇ 'ਚ ਬੜੀ ਤ੍ਰਿਸ਼ਨਾ ਹੈ, ਸਾਰਾ ਦਿਨ ਕੰਮ ਹੀ ਲੱਗਾ ਰਹਿੰਦਾ ਹੈ। ਮਹਾਰਾਜ ਨੇ ਉਦਮ ਕਰਨ ਤੋਂ ਮਨਾ ਨਹੀਂ ਕੀਤਾ ਹੈ। ਜਦੋਂ ਅਸੀਂ ਗੁਰਬਾਣੀ ਨੂੰ ਕਿਤੇ ਇਸ ਪੱਖ ਨਾਲ ਪੜ੍ਹ ਲਿਆ ਵੀ ਮਹਾਰਾਜ ਕਹਿੰਦੇ ਜਗਤ ਮੇਂ ਝੂਠੀ ਦੇਖੀ ਪ੍ਰੀਤ, ਤੇ ਆਪਾਂ ਕਿਹਾ ਵੀ ਸੱਚੇ ਪਾਤਸ਼ਾਹ ਨੇ ਤੇ ਸਾਨੂੰ ਇਹ ਕਿਹਾ ਵੀ ਜਗਤ ਝੂਠਾ ਹੈ, ਇਹ ਜਗਤ ਰਚਨਾ ਝੂਠੀ ਹੈ, ਫਿਰ ਸਾਨੂੰ ਕਰਮ ਕਰਨ ਦੀ ਲੋੜ ਹੀ ਕੀ ਹੈ? ਕਿਉਂ ਕੰਮ ਕਾਰ ਕਰੀਏ? ਸੱਚ ਜਾਣਿਓ ਕਈ ਲੋਕ ਭਟਕ ਗਏ, ਭਟਕੇ ਹੋਏ ਲੋਕ ਸ਼ਮਸ਼ਾਨ ਘਾਟ ਵਿੱਚ ਜਾ ਕੇ ਬਹਿ ਗਏ। ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਮੜੀ ਮਸਾਣਾ ਤੇ ਜਾ ਕੇ ਬੈਠ ਗਏ ਹੋ, ਤਨ ਤੇ ਸਵਾਹ ਮਲ ਲਈ ਹੈ, ਤੇ ਤੁਸੀਂ ਸਮਝਣ ਲੱਗ ਪਿਓ ਕਿ ਅਸੀਂ ਜਿਉਂਦੇ ਹੀ ਮਰ ਗਏ ਹਾਂ। ਇਹ ਦੇਸ਼ ਗੁਲਾਮ ਕਿਉਂ ਹੋਇਆ ਕਿ ਅਸੀਂ ਜਿਉਂਦੇ ਹੀ ਮਰ ਗਏ? ਜਿਹੜਾ ਜਿਉਂਦਾ ਹੈ ਉਹ ਆਵਾਜ਼ ਚੁੱਕੇਗਾ। ਅੱਜ ਤੁਸੀਂ ਇੱਕ ਸਾਡੇ ਵਿੱਚ ਮੋਰਚਾ ਲੱਗਾ ਹੋਇਆ ਹੈ, ਕਿਸਾਨ ਮੋਰਚਾ, ਕਿ ਅਸੀਂ ਜਿਉਂਦੇ ਹਾਂ ਇਸ ਲਈ ਅਸੀਂ ਆਵਾਜ਼ ਚੁੱਕਦੇ ਹਾਂ। ਅਸੀਂ ਉਹਨਾਂ ਮਰਿਆਂ ਵਿੱਚੋਂ ਨਹੀਂ ਹਾਂ ਜਿਹੜੇ ਸ਼ਮਸ਼ਾਨ ਘਾਟਾਂ ਵਿੱਚ ਬਹਿ ਕੇ ਆਪਣੇ ਤਨ ਤੇ ਸੁਆਹ ਲਾ ਚੁੱਕੇ ਹਨ। ਅਸੀਂ ਜਿਉਂਦੇ ਹਾਂ,
ਅਸੀਂ ਮਸ਼ੱਕਤ ਤੇ ਮਿਹਨਤ ਕਰਨ ਵਾਲੇ ਆਪਣਾ ਹੱਕ ਲੈ ਕੇ ਛੱਡਾਂਗੇ। ਇਹਨੂੰ ਤ੍ਰਿਸ਼ਨਾ ਨਹੀਂ ਕਹਿੰਦੇ। ਗੁਰੂ ਸਾਹਿਬ ਮਹਾਰਾਜ ਨੇ ਬਾਣੀ 'ਚ ਜ਼ਿਕਰ ਕੀਤਾ ਉਹਨਾਂ ਲੋਕਾਂ ਦਾ, ਭੇਡਾਂ ਵਾਂਗੀ ਸਿਰ ਖੁਆਇਨ ਭਰੀਆਂ ਹੱਥ ਸੁਆਹੀ। ਸਰੇਵੜੇ ਲੋਕ ਇੱਕ ਜ਼ਿਕਰ ਆਉਂਦਾ ਬਾਣੀ 'ਚ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਵਈਆਂ ਵਿੱਚ ਬਖਸ਼ਿਸ਼ ਕਰਦੇ ਨੇ, ਸਰਾਵਗ ਸੁਧ ਸਮੂਹ ਸਿਧਾਨ ਕੈ। ਸਮੂਹ ਲਗੇ ਫਿਰਦੇ ਸਨ ਜਿਹੜੇ ਲੋਕ ਜਾ ਕੇ ਸ਼ਮਸ਼ਾਨ ਘਾਟਾਂ ਦੇ ਵਿੱਚ ਬਹਿ ਕੇ ਆਪਣੇ ਤਨ ਦੇ ਉੱਤੇ ਸਵਾਹ ਤੇ ਵਾਲਾਂ 'ਚ ਵੀ ਸਵਾਹ ਪਾ ਕੇ ਵਾਲ ਪੁੱਟਣੇ, ਵਿੱਚ ਜੂਆਂ ਨਾ ਪੈ ਜਾਣ, ਕਿਉਂਕਿ ਅਸੀਂ ਕਿਹੜਾ ਨਹਾਣਾ ਧੋਣਾ ਹੈ। ਉਹਨਾਂ ਅੰਦਰ ਉਦਾਸੀ ਵੀ ਆ ਗਈ, ਮਾਯੂਸੀ ਵੀ ਆ ਗਈ, ਟੈਂਦੀ ਕਲਾਂ ਵਾਲਾ ਜੀਵਨ ਬਣ ਗਿਆ, ਨਿਰਾਸ਼ ਹੋ ਕੇ ਬਹਿ ਗਏ। ਸਤਿਗੁਰੂ ਨੇ ਕਿਹਾ ਨਹੀਂ, ਉਦਮ ਕਰੇਂਦਿਆਂ ਜਿਉ ਤੂੰ ਕਮਾਵੰਦਿਆਂ ਸੁਖ ਪੁੰਜ। ਭਗਤ ਨਾਮਦੇਵ ਜੀ ਨੂੰ ਜੇ ਤਰਲੋਚਨ ਜੀ ਨੇ ਜਾ ਕੇ ਕਿਹਾ ਵੀ ਨਾਮਦੇਵ ਜੀ ਤ੍ਰਿਸ਼ਨਾ ਤੁਹਾਡੇ ਵਿੱਚ ਹੈ, ਨਾਮਾ ਮਾਇਆ ਮੋਹਿਆ, ਤੁਸੀਂ ਤੇ ਇਸ ਮਾਇਆ ਵਿੱਚ ਮੋਹੇ ਹੋਏ ਹੋ। ਕਹਿੰਦੇ ਨਹੀਂ, ਇਹ ਸਾਡਾ ਉਦਮ ਹੈ, ਇਹ ਸਾਡੀ ਕਿਰਤ ਹੈ, ਅਸੀਂ ਇਹ ਕਿਰਤ ਕਰਨੀ ਹੈ, ਸਾਨੂੰ ਉਹਦਾ ਆਦੇਸ਼ ਹੈ। ਇਸ ਲਈ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਉਹ ਜਿਹੜਾ ਚਿੱਤ ਨਰੰਜਨ ਨਾਲ ਹੈ ਨਾ, ਉਹਦਾ ਭਾਵ ਹੈ ਮੈਂ ਠੱਗੀ ਨਹੀਂ ਕਰਨੀ, ਬੇਈਮਾਨੀ ਨਹੀਂ ਕਰਨੀ, ਮੈਂ ਚੋਰੀ ਨਹੀਂ ਕਰਨੀ, ਮੈਂ ਕਿਸੇ ਦਾ ਹੱਕ ਨਹੀਂ ਮਾਰਨਾ। ਇਹ ਚਿੱਤ ਮੈਂ ਉਸ ਨਾਲ ਲਾਇਆ ਹੋਇਆ ਹੈ। ਗੁਰੂਦੇਵ ਦੀ ਇੱਕ ਮੈਂ ਸਾਖੀ ਦਾ ਸਹਾਰਾ ਲੈ ਕੇ ਆਪ ਨੂੰ ਇਸ ਬਚਨ ਦੇਈ ਕਿ ਜਿਹੜੀ ਵਿਖਿਆ ਤੁਹਾਡਾ ਆਤਮਿਕ ਜੀਵਨ ਤਬਾਹ ਕਰ ਦੇਵੇ, ਜ਼ਹਿਰ, ਉਹ ਮਾਇਆ। 1857 ਵਿੱਚ ਇੱਕ ਗਦਰ ਅੰਗਰੇਜ਼ਾਂ ਦੇ ਸਮੇਂ ਹੋਇਆ ਤੇ ਅੰਗਰੇਜ਼ ਸਰਕਾਰ ਨੇ ਇਹ ਕਿਹਾ ਦਿੱਲੀ ਦੇ ਅੰਦਰ ਆਪਣੀ ਫੌਜ ਨੂੰ ਕਿ ਜਿਹਦਾ ਘਰ ਲੁੱਟਿਆ ਜਾਂਦਾ ਲੁੱਟ ਲਓ, ਜਿਹਦੀ ਇੱਜ਼ਤ ਲੁੱਟੀ ਜਾਂਦੀ ਹੈ ਲੁੱਟ ਲਓ, ਤੁਹਾਡੇ ਉੱਤੇ ਇੱਕ ਦਿਨ ਕੋਈ ਕਾਰਵਾਈ ਨਹੀਂ ਹੋਵੇਗੀ। ਸਾਰੇ ਫੌਜੀ ਆਰਮੀ ਦੇ ਉਹ ਘਰ ਲੁੱਟਣ ਲੱਗ ਪਏ। ਇੱਕ ਮੁਸਲਮਾਨਾਂ ਦਾ ਘਰ ਹੈ, ਉਸ ਨੂੰ ਫੌਜੀ ਲੁੱਟ ਰਹੇ ਨੇ। ਇੱਕ ਸਿੱਖ ਫੌਜੀ ਕੋਲੋਂ ਲੰਘ ਰਿਹਾ ਹੈ ਤੇ ਕੋਈ ਬੀਬੀ ਅੰਦਰੋਂ ਆਵਾਜ਼ ਮਾਰਦੀ, ਉਹ ਸਿੱਖਾ ਤੈਨੂੰ ਨਾਨਕ ਦਾ ਵਾਸਤਾ ਹੈ, ਸਾਡੀ ਇੱਜ਼ਤ ਬਚਾ। ਕਿਉਂਕਿ ਮਰਦ ਜਿਹੜੇ ਸਨ ਉਹ ਸਾਰੇ ਕੰਮਕਾਰ ਗਏ ਸਨ, ਘਰ ਵਿੱਚ ਔਰਤਾਂ ਸਨ। ਉਹ ਗਿਆ ਫੌਜੀ, ਉਹ ਸਿੱਖ ਫੌਜੀ, ਉਸਨੇ ਜਾ ਕੇ ਉਹਨਾਂ ਫੌਜੀਆਂ ਦੇ ਸਿਰ ਤੇ ਗਨ ਰੱਖਤੀ ਵੀ ਗੋਲੀ ਮਾਰ ਦਿਆਂਗਾ। ਉਹ ਕਹਿਣ ਲੱਗੇ ਵੀ ਇਹ ਕੀ ਕਰ ਰਹੇ ਆ? ਕਹਿੰਦੇ ਵੱਡੇ ਸਾਹਿਬ ਦਾ ਹੁਕਮ ਹੈ, ਇਹਨਾਂ ਦੀ ਹਿਫਾਜ਼ਤ ਕਰੋ। ਚਲੇ ਗਏ। ਉਹ ਸਿੱਖ ਫੌਜੀ ਬਾਹਰ ਗੇਟ ਤੇ ਖੜਾ ਹੋ ਗਿਆ, ਕਹਿਣ ਲੱਗਾ ਵੀ ਭੈਣੋ ਤੁਸੀਂ ਆਪਣੇ ਘਰ ਨਮਾਜ਼ ਪੜ੍ਹੋ ਔਰ ਤੁਹਾਨੂੰ ਬਚਾਉਣ ਵਾਲਾ ਅੱਲਾ ਹੈ, ਮੈਂ ਤੁਹਾਡੇ ਦਰਵਾਜ਼ੇ ਤੇ ਖੜਾ ਹਾਂ। 8 ਪਹਿਰ ਗੁਜ਼ਰ ਗਏ। ਸਾਰੀ ਆਰਮੀ ਜਿਹੜੀ ਹੈ ਉਹ ਆਪੋ ਆਪਣੇ ਘਰਾਂ ਚਲੀ ਗਈ। ਜਦੋਂ ਮਰਦ ਸ਼ਾਮ ਨੂੰ ਘਰ ਆਏ ਤਾਂ ਉਹਨਾਂ ਔਰਤਾਂ ਨੇ ਰੋ ਰੋ ਕੇ ਹਾਲ ਦੱਸਿਆ। ਇਹ ਸਿੱਖ ਵੀਰ ਨਾ ਹੁੰਦਾ, ਨਾ ਸਾਡੀ ਕੋਈ ਮਾਲੀ ਬਚਤ ਸੀ ਤੇ ਨਾ ਜਾਨੀ ਕੋਈ ਬਚਤ ਸੀ। ਇਹ ਸਿੱਖ ਨੇ ਸਾਡਾ ਸਾਥ ਦਿੱਤਾ ਹੈ। ਉਹਨਾਂ ਨੇ ਇੱਕ ਥਾਲ ਵਿੱਚ ਕੁਝ ਸੋਨਾ ਤੇ ਕੁਝ ਪੈਸੇ ਪਾ ਕਰਕੇ ਦਿੱਤੇ ਵੀ ਸਿੱਖਾ ਤੂੰ ਸਾਨੂੰ ਬਚਾਇਆ ਹੈ। ਉਹ ਕਹਿਣ ਲੱਗਾ ਵੀ ਇਹ ਮੇਰੇ ਗੁਰੂ ਦਾ ਹੁਕਮ ਸੀ, ਤੁਸੀਂ ਮੈਨੂੰ ਨਾਨਕ ਦਾ ਵਾਸਤਾ ਪਾਇਆ, ਇਹਨਾਂ ਪੈਸਿਆਂ ਨਾਲ ਕੋਈ ਮੈਂ ਵਾਸਤਾ ਵੇਚਣਾ ਥੋੜੀ ਹੈ। ਕਿਸ ਬੰਦੇ ਅੰਦਰ ਪੈਸੇ ਦੀ ਹਿਰਸ ਨਹੀਂ ਹੈ, ਲਾਲਚ ਤੇ ਤ੍ਰੇ ਨਹੀਂ ਹੈ। ਬੰਦਾ ਕਹਿੰਦਾ ਕਿਸੇ ਢੰਗ ਨਾਲ ਵੀ ਮਿਲੇ ਹਾਂ, ਪ੍ਰਾਨ ਮਾਨ ਦਾਨ ਮਗ ਜੋ ਹਨ, ਭਾਵੇਂ ਲੁੱਟ ਕੇ ਮਿਲੇ, ਭਾਵੇਂ ਜਾਨ ਵੀ ਜਾਂਦੀ ਹੋਵੇ, ਪੈਸਾ ਆਉਣਾ ਚਾਹੀਦਾ ਹੈ। ਇੱਜ਼ਤ ਵੀ ਚਲੀ ਜਾਏ, ਪੈਸਾ ਆਉਣਾ ਚਾਹੀਦਾ ਹੈ। ਬੰਦੇ ਰਾਜੇ ਤੇ ਬਣ ਗਏ, ਪਰ 2-2 ਕੌਡੀਆਂ ਦੀ ਇੱਜ਼ਤ ਨਹੀਂ ਲੋਕਾਂ ਦੀਆਂ ਨਜ਼ਰਾਂ ਵਿੱਚ। ਉਹ ਲੋਕਾਂ ਦੇ ਚੇਤਿਆਂ ਵਿੱਚ ਨਹੀਂ ਹਨ।
ਕਿਸੇ ਦੀ ਸੁਰਤ ਵਿੱਚ, ਕਿਸੇ ਦੇ ਦਿਲੋਂ ਦਿਮਾਗ ਵਿੱਚ, ਕਿਸੇ ਦੇ ਚੇਤੇ ਵਿੱਚ ਰਹਿਣਾ ਹੋਵੇ ਤੇ ਤੁਹਾਨੂੰ ਸੰਤੋਖੀ ਜੀਵਨ ਬਣਾਉਣਾ ਹੋਵੇਗਾ। ਤ੍ਰਿਸ਼ਨਾਲੂ ਬੰਦੇ ਲੋਕ ਕਹਿੰਦੇ ਨੇ ਸਾਡੇ ਪੈਰ ਦੀ ਜੁੱਤੀ ਵੀ ਨਹੀਂ ਹਨ। ਉਹ ਕਹਿਣ ਲੱਗਾ ਨਾਨਕ ਦਾ ਵਾਸਤਾ ਵੇਚਿਆ ਨਹੀਂ, ਮੇਰੇ ਗੁਰੂ ਦਾ ਹੁਕਮ ਸੀ, ਮੈਂ ਆਪਣਾ ਹੁਕਮ ਵਜਾ ਦਿੱਤਾ ਹੈ। ਘਰ ਆਇਆ, ਮਾਂ ਪੁੱਛਿਆ ਸਾਰੇ ਫੌਜੀਆਂ ਲੁੱਟਿਆ, ਤੂੰ ਕੁਝ ਲੁੱਟ ਕੇ ਨਹੀਂ ਲਿਆਇਆ? ਤੇ ਉਹ ਮਾਂ ਨੂੰ ਜਵਾਬ ਦਿੰਦਾ ਹੈ ਵੀ ਮਾਂ, ਸਾਰੇ ਸੋਨਾ ਚਾਂਦੀ ਲੁੱਟ ਲਿਆ ਗਏ ਹੋਣਗੇ, ਪੈਸੇ ਲੁੱਟ ਕੇ ਲੈ ਗਏ ਹੋਣਗੇ, ਪਰ ਤੁਹਾਡਾ ਪੁੱਤਰ ਸਿੱਖੀ ਕਮਾ ਕੇ ਲਿਆ ਹੈ। ਸੋਨਾ ਚਾਂਦੀ ਇਹ ਸਭ ਕੁਝ ਮਿਟ ਜਾਣਾ ਹੈ, ਪਰ ਗੁਰੂ ਨਾਨਕ ਦੀ ਸਿੱਖੀ ਸਦਾ ਰਹਿਣੀ ਹੈ। ਇਹ ਤੁਸੀਂ ਇਤਿਹਾਸ ਉਹਨਾਂ ਮਹਾਂਪੁਰਸ਼ਾਂ ਦਾ ਸਰਵਣ ਕੀਤਾ ਹੋਵੇਗਾ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ, ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਹੜੀ ਵਿਖਿਆ ਹੈ, ਜਿਹੜਾ ਜ਼ਹਿਰ ਹੈ, ਉਹ ਲੋਕਾਂ ਨੂੰ ਮਾਰ ਦਿੰਦਾ ਹੈ, ਪਰ ਐਸੇ ਮਹਾਂਪੁਰਸ਼ ਸਦਾ ਜ਼ਿੰਦਗੀ ਦੇ ਅੰਦਰ ਅਸੀਂ ਉਹਨਾਂ ਨੂੰ ਨਤਮਸਤਕ ਵੀ ਹੁੰਦੇ ਹਾਂ ਤੇ ਨਾਲ ਕਹੀਦਾ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਦੇ ਬਚਨ 'ਚ ਜਿਹੜੀ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਨੇ, ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਕੋਈ ਰਜਿਆ ਨਹੀਂ ਇਸ ਜ਼ਹਿਰ ਨਾਲ। ਹਾਂ, ਮਰ ਜ਼ਰੂਰ ਗਿਆ ਹੈ, ਆਤਮਿਕ ਜੀਵਨ ਨਾਸ਼ ਜ਼ਰੂਰ ਕਰ ਲਿਆ ਹੈ। ਸਾਹਿਬ ਦੇ ਬਚਨ ਅਸੀਂ ਰੋਜ਼ ਆਪਣੇ ਨਿਤਨੇਮ 'ਚ ਪੜ੍ਹ ਰਹੇ ਹਾਂ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ, ਭਾਰੀ ਪੁਜਾਨ ਕੀ ਭੂਪ ਪਲੀਬ ਦਨਿਆਵ ਸੀਸ ਨਾ ਜਾਤ ਵਿਚਾਰੇ, ਇਤੇ ਪਏ ਤੋ ਕਹਾਂ ਪਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਿੱਡੇ ਵੱਡੇ ਤ੍ਰਿਸ਼ਨਾਲੂ ਹੋਣਗੇ, ਨੰਗੇ ਪੈਰੀ ਗਏ ਨਾ। ਜੀਤ ਫਰੈ ਸਭ ਦੇਸ਼ ਦਿਸ਼ਾਨ ਕੋ, ਬਾਜ ਢੋਲ ਮਰਦੰਗ ਨਗਾਰੇ, ਗੂੰਚਤ ਗੂੜ ਗੁਜਾਨ ਕੇ ਸੁੰਦਰ, ਹਿੰਸਤ ਹੀ ਰਾਜ ਹਜ਼ਾਰੇ, ਭੂਤ ਭੇਖ ਭਵਾਨ ਕੇ ਭੂਪਤ, ਕੌਣ ਗੁਨੈ ਨਹੀਂ ਜਾਤ ਵਿਚਾਰੇ, ਇਤੇ ਪਏ ਤੋ ਕਹਾਂ ਕੋਈ ਭੂਪਤ। ਮਹਾਰਾਜ ਕਹਿੰਦੇ ਨੇ ਇੱਕ ਦਿਨ ਜੀਵਨ ਦੇ ਵਿੱਚ ਕੀ ਮਨੁੱਖ ਲੈ ਕੇ ਜਾ ਰਿਹਾ ਹੈ, ਉਹਦਾ ਅਖੀਰ ਕੈਸਾ ਹੋ ਰਿਹਾ ਹੈ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ। ਵਿਖਿਆ ਦਾ ਅਰਥ ਹੈ ਜ਼ਹਿਰ। ਇਸ ਜ਼ਹਿਰ ਦੇ ਨਾਲ ਕੋਈ ਰੱਜਿਆ ਨਹੀਂ, ਇਸ ਮਾਇਆ ਦੇ ਜ਼ਹਿਰ ਨਾਲ। ਮਾਇਆ ਦੇ ਜ਼ਹਿਰ ਨਾਲ ਭਾਵ ਠੱਗੀ ਨਾਲ ਕੋਈ ਰੱਜਿਆ, ਚੋਰੀ ਨਾਲ ਕੋਈ ਰੱਜਿਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰਬਾਣੀ ਰਾਹੀਂ ਸਾਨੂੰ ਇੱਕ ਐਸਾ ਸੁਚੱਜਾ ਰਾਹ ਦਿੰਦੇ ਨੇ ਤੇ ਕਹਿੰਦੇ ਨੇ ਭਾਈ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਪਹਿਲੀ ਪੰਕਤੀ ਮਹਾਰਾਜ ਨੇ ਜੋ ਬਖਸ਼ਿਸ਼ ਕੀਤੀ ਹੈ, ਵੱਡੇ ਵੱਡੇ ਰਾਜਨ ਅਰ ਭੂਮਨ, ਜਿਹੜੇ ਬੜੇ ਬੜੇ ਵੱਡੇ ਰਾਜੇ ਸਨ। ਭੂਮਨ ਦਾ ਅਰਥ ਹੈ ਜਿਹੜੇ ਬੜੇ ਜ਼ਮੀਨਦਾਰ, ਜਿਨ੍ਹਾਂ ਕੋਲ ਬੜੀ ਜ਼ਮੀਨ ਸੀ। ਬੰਦੇ ਕੋਲ ਕਿੰਨੀ ਵੀ ਜ਼ਮੀਨ ਹੋਵੇ, ਰਾਤ ਨੂੰ ਸੌਣਾ ਉਹਦਾ ਉਹੀ ਹੁੰਦਾ 3.5 ਹੱਥ। ਗੁਰਬਾਣੀ ਦੇ ਇਹ ਵਾਕ ਅਸੀਂ ਸਰਵਣ ਕਰਦੇ ਹਾਂ। ਮਹਾਰਾਜ ਕਹਿੰਦੇ ਨੇ ਕਿ ਕਾਰਜ 3.5 ਹਾਥ, ਬੰਦੇ ਨੇ ਸੌਣਾ ਇੰਨੀ ਕੁ ਜ਼ਮੀਨ ਤੇ ਹੈ, ਪਰ ਕਬੀਰ ਮਾਟੀ ਕੇ ਹਮ ਪੁੱਤਰੇ, ਵੱਡ ਵੱਡ ਰੂੰਦੇ ਥਾਂ। ਵੀ ਫਲਾਣੇ ਦਾ ਵੀ ਪਲਾਟ ਮੇਰਾ ਹੋ ਜਾਏ, ਫਲਾਣੇ ਦੀ ਜ਼ਮੀਨ ਵੀ ਮੇਰੀ ਹੋ ਜਾਏ। ਮੈਂ ਹੁਣੇ ਹੀ ਪਿੱਛੇ ਵਿਦੇਸ਼ ਇੰਗਲੈਂਡ ਸੀ, ਲੈਸਟਰ ਇੱਕ ਸ਼ਹਿਰ ਹੈ, ਉੱਥੇ ਅਸੀਂ ਉਹ ਲੱਸੀ ਲੈ ਕੇ ਆਏ ਤੇ ਉਹ ਇੱਕ ਗਿਆਨੀ ਜੀ ਸਨ, ਪਾਠ ਕਰਦੇ ਸਨ। ਉਹ ਕਹਿੰਦੇ ਵੀ, ਉਹਨਾਂ ਦਾ ਨਾਮ ਨਿਰਮਲ ਸਿੰਘ ਹੈ। ਉਹ ਕਹਿੰਦੇ ਜੀ ਮੈਂ ਨਹੀਂ ਪੀਣੀ। ਮੈਂ ਕਿਹਾ ਜੀ ਕੀ ਹੋਇਆ? ਕਹਿੰਦੇ ਨੇ ਕਿ ਮੈਂ ਜਦੋਂ ਦਾ ਪੈਦਾ ਹੋਇਆ ਅੱਜ ਤੱਕ ਦਹੀਂ ਨੂੰ, ਲੱਸੀ ਨੂੰ, ਦੁੱਧ ਨੂੰ ਹੱਥ ਨਹੀਂ ਲਾਇਆ। ਮੈਂ ਕਿਹਾ ਗੱਲ ਕੀ ਹੈ? ਕਹਿੰਦੇ ਮੈਂ ਅਜੇ ਪੈਦਾ ਵੀ ਨਹੀਂ ਹੋਇਆ ਸਾਂ, ਮੇਰਾ ਇੱਕ ਵੱਡਾ ਭਰਾ ਸੀ, ਛੋਟਾ ਸੀ, ਤੇ ਸਾਡੀ ਚਾਚੀ
ਖਿਡਾਉਣ ਵਾਸਤੇ ਲੈ ਕੇ ਗਈ ਤੇ ਉਹਨੇ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਦੇ ਦਿੱਤਾ। ਭਰਾ ਸਾਡਾ ਖਤਮ ਹੋ ਗਿਆ। ਮੈਂ ਕਿਹਾ ਕਿਉਂ, ਕੋਈ ਰੰਜਿਸ਼ ਸੀ? ਕਹਿੰਦੇ ਨਹੀਂ, ਸਾਡੀ 6-7 ਕਿੱਲੇ ਜ਼ਮੀਨ ਸੀ, ਉਹ ਕਹਿੰਦੇ ਸੀ ਨਾ ਇਹਨਾਂ ਦਾ ਬੇਟਾ ਹੋਵੇਗਾ, ਇਹ ਮਰ ਜਾਏਗਾ, ਕੱਲ ਨੂੰ ਸਭ ਕੁਝ ਸਾਡਾ ਹੋਵੇਗਾ। ਮਨੁੱਖ ਦਾ ਕਿਰਦਾਰ ਜਿਹੜਾ ਸੀ ਉਹ ਇੰਨੀ ਸੁਰਤ ਵੀ ਗਿਰ ਸਕਦੀ, ਮਨੁੱਖ ਇੰਨਾ ਵੀ ਗਿਰ ਸਕਦਾ ਹੈ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਕਹਿ ਰਹੇ ਨੇ ਕਿ ਭਾਈ ਤੂੰ ਤੇ ਰੱਬ ਹੋਣਾ ਹੈ, ਪਰ ਤੂੰ ਪਸ਼ੂਆਂ ਨਾਲੋਂ ਥੱਲੇ ਗਿਰ ਰਿਹਾ ਹੈ। ਮਹਾਰਾਜ ਕਹਿੰਦੇ ਵੱਡੇ ਵੱਡੇ ਰਾਜਨ ਔਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੂਝੀ। ਬੂਝੀ ਸ਼ਬਦ ਇਸ ਲਈ ਵਰਤਿਆ ਕਿ ਸਤਿਗੁਰੂ ਨੇ ਇਹਦੇ ਅੰਦਰ ਇੱਕ ਸ਼ਬਦ ਅੱਗ ਵਰਤਿਆ ਹੈ, ਵੀ ਤ੍ਰਿਸ਼ਨਾ ਇੱਕ ਅੱਗ ਹੈ, ਅੱਗ ਨੂੰ ਕੰਟਰੋਲ ਕਰਨਾ ਹੈ। ਇਹ ਖਿਆਲ ਰੱਖਣਾ, ਜਿਹੜੀ ਕੰਟਰੋਲ ਅੱਗ ਹੁੰਦੀ ਹੈ ਉਹ ਸਾਡੇ ਚੁੱਲ੍ਹੇ 'ਚ ਬਲਦੀ ਤੇ ਸਾਡੇ ਘਰ 36 ਪ੍ਰਕਾਰ ਦੇ ਭੋਜਨ ਬਣਦੇ ਹਨ। ਮੈਂ ਫਿਰ ਕਹਾਂ, ਸਾਨੂੰ ਨਿਰਾਸ਼ਾਮਈ ਜੀਵਨ ਨਹੀਂ ਦਿੱਤਾ ਹੈ। ਅਸੀਂ ਆਪਣੇ ਖੇਤਾਂ 'ਚ ਕੰਮ ਕਰਨਾ ਹੈ, ਦੁਕਾਨਾਂ 'ਤੇ ਕੰਮ ਕਰਨਾ ਹੈ। ਮਹਾਰਾਜ ਕਹਿੰਦੇ ਜੋ ਪਰਮੇਸ਼ਰ ਸਾਨੂੰ ਇਮਾਨਦਾਰੀ ਦਾ ਦੇਵੇ ਉਹਦੇ ਵਿੱਚ ਜੀਣਾ, ਤੇ ਆਪਣੇ ਛੋਟੇ ਘਰ ਨੂੰ ਵੀ ਸ਼ਾਹੀ ਮਹਿਲ ਸਮਝਣਾ। ਹਮੇਸ਼ਾ ਯਾਦ ਰੱਖਣਾ, ਮੇਰਾ ਛੋਟਾ ਘਰ ਵੀ ਹੈ ਤੇ ਮੇਰੇ ਵਾਸਤੇ ਸ਼ਾਹੀ ਮਹਿਲ ਹੈ। ਮੈਂ ਕੋਈ ਬੜੇ ਸਸਤੇ ਕੱਪੜੇ ਪਾਏ ਨੇ ਤੇ ਮੇਰੇ ਵਾਸਤੇ ਉਹ ਸ਼ਾਹੀ ਲਿਬਾਸ ਹੈ। ਮੈਂ ਦੂਜੇ ਵੱਲ ਵੇਖ ਕੇ ਰੋਵਾਂ ਨਾ ਵੀ ਫਲਾਣੇ ਨੇ ਇਹ ਪਾਇਆ ਹੈ, ਨਹੀਂ। ਸਾਹਿਬ ਕਹਿੰਦੇ ਇਸ ਘਰ ਮੇਂ ਹੈ ਸੋ ਤੂੰ ਢੂੰਡ ਖਾਹੇ, ਜੋ ਤੇਰੇ ਘਰ ਹੈ ਇਹਨੂੰ ਖਾ, ਔਰ ਕਿਸੇ ਕੇ ਤੂੰ ਮਤ ਹੀ ਜਾਏ। ਤੈਨੂੰ ਕਿਸੇ ਵੱਲ ਨਹੀਂ ਵੇਖਣਾ ਹੈ। ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੂਝੀ। ਰਾਜੇ ਗੁਰਦੇਵ ਨੇ ਜਦੋਂ ਅਗਲੀ ਗੱਲ ਕੀਤੀ ਹੈ ਉਹਦੇ ਵਿੱਚ ਮਨੁੱਖ ਦੀ ਸੁਰਤ ਕਿੰਨੀ ਗਿਰ ਸਕਦੀ ਹੈ, ਹਜ਼ੂਰ ਬਖਸ਼ਿਸ਼ ਕਰਦੇ ਹਨ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਜੀ। ਲਪਟ ਰਹੇ, ਲਪਟਣਾ ਹੁੰਦਾ ਚੰਬੜਨਾ, ਕਿਸੇ ਚੀਜ਼ ਨੂੰ ਘੁੱਟ ਕੇ ਫੜਨਾ। ਮਾਇਆ ਰੰਗ ਮਾਤੇ, ਮਾਇਆ ਦੇ ਵਿੱਚ ਮਸਤ ਹੋਣਾ। ਜਿਵੇਂ ਨਸ਼ਾ ਪੀ ਕੇ ਕੋਈ ਮਸਤ ਹੋ ਜਾਂਦਾ ਹੈ, ਇੰਨਾ ਕਿ ਨਸ਼ਈ ਨੂੰ ਪਤਾ ਨਹੀਂ ਲੱਗਦਾ ਵੀ ਮੈਂ ਕੀ ਚੀਜ਼ ਫੜੀ ਹੋਈ ਹੈ, ਉਹਦੇ ਅੰਦਰ ਇੰਨਾ ਮਸਤ ਹੋ ਜਾਣਾ। ਲੋਚਨ ਕਛੂ ਨਸੂ ਜੀ, ਜਿਹੜੀਆਂ ਅੱਖਾਂ ਹਨ ਇਹਨੂੰ ਦਿਸਦਾ ਕੁਝ ਨਹੀਂ। ਜਿਹੜਾ ਨਸ਼ਈ ਬੰਦਾ ਹੈ ਹਕੀਕਤ ਵਿੱਚ ਉਹਦਾ ਜਿਹੜਾ ਸਾਰਾ ਕੰਟਰੋਲ ਹੈ ਨਸ਼ਾ ਕਰਕੇ ਵਿਗੜ ਜਾਂਦਾ ਹੈ। ਉਹਨੂੰ ਅੱਖਾਂ ਨਾਲ ਦਿਸਦਾ ਨਹੀਂ ਹੈ, ਅੱਖਾਂ ਅੰਨੀਆਂ ਹੋ ਜਾਂਦੀਆਂ ਨੇ, ਬੰਦਾ ਅੰਨ੍ਹੇਵਾਹ ਜੀਵਨ ਜਿਉਂਦਾ ਹੈ। ਮੈਂ ਤੁਹਾਨੂੰ ਇੱਕ ਉਦਾਹਰਨ ਦੇ ਨਾਲ, ਪਿੱਛੇ ਆਪਾਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਮਨਾਇਆ, ਬੜੀਆਂ ਉਦਾਹਰਨਾਂ ਨੇ। ਵੈਸੇ 6 ਅਗਸਤ 1587 ਨੂੰ ਖੁਸਰੋ ਦਾ ਜਨਮ ਹੁੰਦਾ ਹੈ, ਜੋ ਜਹਾਂਗੀਰ ਦੀ ਪਤਨੀ ਹੈ ਮਾਨ ਬਾਈ। ਅਕਬਰ ਨੇ ਰਾਜ ਚਲਾਇਆ ਸੀ ਦੀਨੇ ਇਲਾਹੀ, ਉਹਦੇ ਲਈ ਸ਼ਬਦ ਵਰਤਿਆ ਜਾਂਦਾ ਸੀ ਜਿੱਲੇ ਇਲਾਹੀ, ਸ਼ੈਡੋ ਆਫ ਗॉड, ਰੱਬ ਦਾ ਸਾਇਆ, ਰੱਬ ਦਾ ਪਰਛਾਵਾਂ। ਕਿ ਇਹ ਰਾਜਾ ਰੱਬ ਦਾ ਪਰਛਾਵਾਂ, ਭਾਵ ਦੂਜਾ ਰੱਬ ਹੈ। ਬਹੁਤੇ ਰਾਜੇ ਜਿਹੜੇ ਸਨ ਉਹ ਅਸੀਂ ਗੁਰਬਾਣੀ ਅੰਦਰ ਬਚਨ ਪੜਾਂਗੇ ਕਿ ਜੁਗਹ ਜੁਗਹ ਕਹਿ ਰਾਜੇ ਕੀਏ ਗਾਇਨ ਕਵ ਅਰਤਾਰੀ। ਜਿਸ ਵੇਲੇ ਜਹਾਂਗੀਰ ਦੇ ਘਰ ਵਿੱਚ ਇਹ ਪੁੱਤਰ ਪੈਦਾ ਹੋਇਆ, ਜਹਾਂਗੀਰ ਬੜਾ ਨਸ਼ਈ ਸੀ, ਇਸ ਕਰਕੇ ਅਕਬਰ ਚਾਹੁੰਦਾ ਸੀ ਮੇਰੇ ਪੋਤਰੇ ਨੂੰ ਰਾਜ ਮਿਲੇ, ਪਰ ਐਸਾ ਹੋ ਨਹੀਂ ਸਕਿਆ। ਜਹਾਂਗੀਰ 25 ਅਕਤੂਬਰ 1606 ਨੂੰ ਤਖਤ ਤੇ ਬੈਠ ਗਿਆ। ਉਹਦੇ ਪੁੱਤਰ ਖੁਸਰੋ ਨੇ ਬਗਾਵਤ ਕਰਤੀ, ਆਗਰੇ ਤੋਂ ਭੱਜਿਆ, ਤੁਰਿਆ। ਉਹਨੇ ਕਿਹਾ ਮੈਂ ਲਾਹੌਰ ਪਹੁੰਚਾਂ, ਇਸ ਕਰਕੇ ਇਹ ਤਰਨਤਾਰਨ ਸਾਹਿਬ, ਚੌਬਾਲ, ਗੋਇੰਦਵਾਲ ਹੁੰਦਿਆਂ ਹੋਇਆਂ ਲਾਹੌਰ ਪਹੁੰਚਿਆ ਵੀ ਲਾਹੌਰ ਦੇ ਕਿਲੇ ਵਿੱਚ ਜਾਵਾਂ ਮੈਂ,
ਉੱਥੋਂ ਮੈਨੂੰ ਕੋਈ ਸਪੋਰਟ ਮਿਲੇ, ਪਰ ਉਸ ਗਵਰਨਰ ਨੇ ਉਹਨੂੰ ਕੋਈ ਸਪੋਰਟ ਨਹੀਂ ਕੀਤੀ, ਵਾਪਸ ਭੱਜਿਆ, ਚਨਾਬ ਦੇ ਕਿਨਾਰੇ ਜਾ ਕੇ ਪਕੜਿਆ। ਜਿਸ ਵੇਲੇ ਉਹਨੂੰ ਫੜ ਲਿਆ, ਉਹਦੇ ਨਾਲ ਦੋ ਚੇਲੇ ਸਨ, ਇੱਕ ਸੀ ਹਸਨ ਬੇਗ ਬਖਸ਼ੀ, ਇੱਕ ਸੀ ਰਹੀਮ ਅਬਦੁਲ। ਜਹਾਂਗੀਰ ਨੇ ਇੱਕ ਨੂੰ ਬਲਦ ਦੀ ਖਲ ਦੇ ਵਿੱਚ ਜਿਉਂਦਿਆਂ ਮੜ ਦਿੱਤਾ ਤੇ ਇੱਕ ਨੂੰ ਖੋਤੇ ਦੀ ਖਲ ਵਿੱਚ ਮੜ ਦਿੱਤਾ। ਤੜਫ ਤੜਫ ਕੇ ਦੋਨੋਂ ਮਰ ਗਏ। ਹੁਣ ਪੁੱਤਰ ਸਾਹਮਣੇ ਆਇਆ ਤੇ ਕਹਿੰਦੇ ਇਹ ਪੁੱਤਰ ਦੀਆਂ ਦੋਨੋਂ ਅੱਖਾਂ ਕੱਢ ਦਿਓ। ਅਸੀਂ ਸਾਰੇ ਆਪਣੇ ਬੱਚਿਆਂ ਲਈ ਜਾਨ ਲਾ ਦਿੰਦੇ ਹਾਂ, ਆਪਣਾ ਜੀਵਨ ਨਿਸ਼ਾਵਰ ਕਰ ਦਿੰਦੇ ਹਾਂ। ਦੇਖੋ ਕੈਸਾ ਪਿਤਾ ਹੈ, ਕਹਿਣ ਲੱਗਾ ਮੇਰੇ ਸਾਹਮਣੇ ਇਹਦੀਆਂ ਅੱਖਾਂ ਕੱਢੋ। ਲੋਚਨ ਕਛੂ ਨਾ ਸੂਝੈ। ਜਦੋਂ ਮਾਇਆ ਦਾ, ਤ੍ਰਿਸ਼ਨਾ ਦਾ ਅੱਖਾਂ ਦੇ ਉੱਤੇ ਜਾਲਾ ਆ ਜਾਏ ਨਾ, ਤੇ ਆਪਣੇ ਪੁੱਤਰ ਵੀ ਨਹੀਂ ਦਿਸਦੇ ਹਨ। ਬੰਦਾ ਪੁੱਤਰਾਂ ਦੇ ਨਾਲ ਵੀ ਧਰੋ ਐਸਾ ਕਮਾਉਂਦਾ ਹੈ। ਐਸੇ ਪਿਤਾ ਦੁਨੀਆ ਵਿੱਚ ਬੜੇ ਘੱਟ ਹਨ। ਬਾਬਾ ਰਵਿਦਾਸ ਜੀ ਦਾ ਇੱਕ ਬਚਨ ਹੈ, ਮੇਰੀ ਜਾਤ ਕਮੀਨੀ ਪਾਤ ਕਮੀਨੀ ਹੋਛਾ ਜਨਮ ਹਮਾਰਾ। ਕਮੀਨੀ ਸ਼ਬਦ ਇਹ ਨਹੀਂ ਭਗਤ ਜੀ ਕਹਿੰਦੇ ਵੀ ਮੈਂ ਕਿਸੇ ਚਮਾਰ ਦੇ ਘਰ ਪੈਦਾ ਹੋਇਆ ਤੇ ਇਸ ਕਰਕੇ ਮੇਰੀ ਜਾਤ ਨਹੀਂ। ਉਹ ਕਹਿੰਦੇ ਨੇ ਬੰਦੇ ਦੀ ਜਾਤ ਇੰਨੀ ਕਮੀਨੀ ਹੋ ਗਈ, ਬੰਦਾ ਇੰਨਾ ਕਮੀਨਾ ਕਪਟੀ ਹੋ ਗਿਆ ਕਿ ਦੇਖੋ ਆਪਣੇ ਪੁੱਤਰ ਦੀਆਂ ਹੀ ਅੱਖਾਂ ਕੱਢਣ ਲੱਗ ਪਿਆ। ਉਹਦੀਆਂ ਅੱਖਾਂ ਕੱਢ ਕੇ ਜਾਂ ਅੱਖਾਂ ਸੀਵ ਕੇ ਉਹਨੂੰ ਜੇਲ੍ਹ 'ਚ ਪਾ ਦਿੱਤਾ। ਜਾਤ ਕਮੀਨੀ ਪਾਤ ਕਮੀਨੀ, ਬੰਦੇ ਦੀ ਇੱਜ਼ਤ, ਇੰਨਾ ਕਮੀਨਪੂਣਾ ਜੀਵਨ ਵਿੱਚ ਆ ਜਾਣਾ। ਮਹਾਰਾਜ ਬਾਣੀ ਕਹਿੰਦੇ ਨੇ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ। ਪੁੱਤਰ ਪਿਓ ਨੂੰ ਜ਼ਹਿਰ ਦੇ ਸਕਦਾ ਹੈ ਤੇ ਪਿਓ ਪੁੱਤਰ ਦੀਆਂ ਅੱਖਾਂ ਕੱਢ ਲਵੇ, ਇਹਨੂੰ ਹੀ ਤੇ ਕਲਯੁਗ ਕਹਿੰਦੇ ਨੇ। ਇਹੀ ਤੇ ਹੈ ਮਨੁੱਖ ਦੇ ਜੀਵਨ ਦੀ ਗਿਰਾਵਟ। ਕਿਉਂ ਆਈ ਹੈ? ਲਪਟ ਰਹਿਓ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੈ। ਜਦੋਂ ਵੀ ਇਹ ਤ੍ਰਿਸ਼ਨਾ ਦਾ ਜਾਲ ਮਨੁੱਖ ਦੀਆਂ ਅੱਖਾਂ ਦੇ ਵਿੱਚ ਛਾ ਜਾਏਗਾ, ਮਹਾਰਾਜ ਕਹਿੰਦੇ ਉਹਨੂੰ ਆਪਣਾ ਪਰਾਇਆ ਕੁਛ ਨਹੀਂ ਸੁਝਦਾ ਹੈ, ਉਹ ਸਿਰਫ ਮਾਇਆ ਵੇਖਦਾ ਹੈ। ਦੁਨੀਆ ਦੇ ਅੰਦਰ ਧਨ ਦੌਲਤ ਹੀ ਕੇਵਲ ਵੇਖਦਾ, ਹੋਰ ਕੁਛ ਨਹੀਂ। ਉਹਦੇ ਸਕੇ ਸੰਬੰਧੀ ਸਭ ਮਾਇਆ ਹੀ ਬਣ ਜਾਂਦੇ ਹਨ। ਵਿਖਿਆ ਮਹਿ ਕਿ ਨਹੀਂ ਤ੍ਰਿਪਤ ਨਾ ਪਾਈ। ਹਜ਼ੂਰ ਪਿਤਾ ਜੀ ਇਹ ਬਖਸ਼ਿਸ਼ ਕਰ ਰਹੇ ਨੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਭਾਈ ਵਿਖਿਆ ਮੇ ਕਿਨਹੀ ਤ੍ਰਿਪਤ ਨਾ ਪਾਈ। ਕਿਨਹੀ ਕੋਈ ਵਿਰਲਾ, ਤ੍ਰਿਪਤੀ ਮੈਨੇ ਰੱਜ ਜਾਣਾ। ਰੱਜਦਾ ਬੰਦਾ ਉਦੋਂ ਹੈ ਜਦੋਂ ਉਹਦੀ ਸੋਚ ਉੱਚੀ ਹੋ ਜਾਏ। ਹਮੇਸ਼ਾ ਖਿਆਲ ਰੱਖਣਾ, ਗੁਰਬਾਣੀ ਅਸੀਂ ਕਹਿੰਦੇ ਆ ਸਾਡੀ ਸੁਰਤ ਵਿੱਚ ਵਸ ਜਾਏ, ਸਾਡੀ ਮੱਤ ਬਣ ਜਾਏ, ਗੁਰਬਾਣੀ ਸਾਡੇ ਦਿਲ ਅੰਦਰ ਵਸ ਜਾਏ। ਗੁਰੂ ਪਿਆਰਿਓ, ਜਿੰਨਾ ਚਿਰ ਇਹ ਬਾਣੀ ਦੀ ਸੋਚ ਸਾਡੇ ਅੰਦਰ ਨਹੀਂ ਆਵੇਗੀ, ਉਹਨਾਂ ਚਿਰ ਸਾਡੀ ਤ੍ਰਿਪਤੀ ਵੀ ਨਹੀਂ ਹੋ ਸਕਦੀ ਹੈ। ਕਿਉਂਕਿ ਮਹਾਰਾਜ ਕਹਿੰਦੇ ਨੇ ਤ੍ਰਿਸ਼ਨਾ ਬੁਝੈ ਹਰਿ ਕੇ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ, ਅਨ ਦਿਨ ਲੱਗੈ ਧਿਆਨ। ਜਿੰਨਾ ਚਿਰ ਅਨ ਦਿਨ ਲੱਗੇ ਧਿਆਨ ਵਾਲੀ ਬਾਤ ਨਹੀਂ, ਉਹਨਾਂ ਚਿਰ ਤ੍ਰਿਸ਼ਨਾ ਬੁਝ ਵੀ ਨਹੀਂ ਸਕਦੀ ਹੈ। ਇਹ ਤ੍ਰਿਸ਼ਨਾ ਕੀ ਕਰਦੀ ਹੈ ਵੀ ਸਭ ਕੁਝ ਮੈਨੂੰ ਛੇਤੀ ਛੇਤੀ ਮਿਲ ਜਾਏ। ਜਦੋਂ ਛੇਤੀ ਛੇਤੀ ਮਿਲਦਾ ਹੈ, ਹੰਕਾਰ ਵੀ ਸਿਰ ਚੜ ਜਾਂਦਾ ਹੈ। ਉਹ ਹੰਕਾਰ ਹੁਣ ਜਦੋਂ ਵੱਧ ਜਾਂਦਾ ਹੈ, ਹੁਣ ਬੰਦਾ ਕਹਿੰਦਾ ਵੀ ਹੰਕਾਰ ਬਣਿਆ ਰਵੇ, ਇਸ ਕਰਕੇ ਉਹ ਚਾਹੁੰਦਾ ਵੀ ਇਹਨੂੰ ਮੈਂ ਘੁੱਟ ਕੇ ਫੜਾ ਹੀ ਰੱਖਾਂ, ਛੁੱਟੇ ਨਾ। ਪਰ ਮਹਾਰਾਜ ਕਹਿੰਦੇ ਜਿੱਦਣ ਅਕਾਲ ਪੁਰਖ ਦਾ ਹੁਕਮ ਆਉਂਦਾ, ਇੱਕ ਖਿੰਨ ਦੇ ਵਿੱਚ ਸਭ ਕੁਝ ਛੁੱਟਣਾ ਹੁੰਦਾ ਹੈ। ਸਾਹਿਬ ਬਖਸ਼ਿਸ਼ ਕਰਦੇ ਨੇ, ਭਾਈ ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਈ। ਕਿਨ ਹੀ ਦਾ ਅਰਥ ਹੈ ਕਿਸੇ ਨੇ ਵੀ, ਕੋਈ ਵਿਰਲਾ ਹੀ। ਔਰ ਸਾਹਿਬ ਅੱਗੇ ਉਦਾਹਰਨ ਦਿੰਦੇ ਹਨ ਸਾਨੂੰ ਸਾਰਿਆਂ ਨੂੰ ਕਿ ਭਾਈ ਤ੍ਰਿਸ਼ਨਾ ਵਿੱਚ ਕਦੇ ਕੋਈ ਬੰਦਾ ਰੱਜਦਾ ਨਹੀਂ ਹੈ। ਜਿਉ ਪਾਵਕ ਈਦਨ ਨਹੀਂ ਤਰਾਪੈ,
ਬਿਨ ਹਰ ਕਹਾਂ ਅਗਾਈ। ਬਿਨ ਹਾਰ ਕਹਾਂ ਅਗਾਈ। ਪਰਮਾਤਮਾ ਤੋਂ ਬਿਨਾ, ਪਰਮਾਤਮਾ ਦੇ ਨਾਮ ਤੋਂ ਬਿਨਾ, ਪਰਮਾਤਮਾ ਦੀ ਸੋਚ ਤੋਂ ਬਿਨਾ ਕੋਈ ਵੀ ਅੱਜ ਤੱਕ ਨਹੀਂ ਰੱਜਿਆ। ਜਿਵੇਂ ਅੱਗ ਦੇ ਵਿੱਚ ਬਾਲਣ ਪਾਈ ਜਾਵੋ ਤੇ ਅੱਗ ਜਿਹੜੀ ਹੈ ਕਹਿੰਦੀ ਕਦੀ ਨਹੀਂ, ਮੈਂ ਰੱਜ ਹੀ ਨਹੀਂ ਸਕਦੀ ਹਾਂ। ਪਰਮਾਤਮਾ ਦੀ ਸੋਚ ਨਾਲ, ਪਰਮਾਤਮਾ ਦੀ ਬੰਦਗੀ ਨਾਲ ਹੀ ਬੰਦਾ ਤ੍ਰਿਪਤ ਹੋ ਸਕਦਾ ਹੈ। ਉਹ ਤ੍ਰਿਪਤ ਇਸ ਤਰ੍ਹਾਂ ਦਾ, ਗੁਰੂ ਸਾਹਿਬ ਮਹਾਰਾਜ ਕਹਿੰਦੇ ਨੇ ਜੋ ਬੰਦੇ ਦੇ ਅੰਦਰ ਹੁੰਦਾ ਬੰਦਾ ਉਹੀ ਬਾਹਰ ਪਰੋਸਦਾ। ਕੋਈ ਗਰੀਬ ਹੈ ਤੇ ਉਹਦੇ ਕੋਲ ਜੋ ਹੋਣਾ ਉਹਨੇ ਉਹੀ ਰੋਟੀ ਤੁਹਾਨੂੰ ਛਕਾਣੀ ਹੈ। ਕੋਈ ਅਮੀਰ ਹੈ ਤੇ ਉਹਨੇ ਉਹ ਛਕਾਣੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਜੇ ਕੋਈ ਪੂਤਨਾ ਆਖਦਾ, ਕੋਈ ਲੱਤ ਮਾਰਦਾ ਹੈ ਤੇ ਗੁਰੂ ਸਾਹਿਬ ਨੂੰ ਭਾਈ ਮਰਦਾਨਾ ਜੀ ਕਹਿ ਰਹੇ ਨੇ ਵੀ ਸੱਚੇ ਪਾਤਸ਼ਾਹ ਆਪਾਂ ਇਹਨਾਂ ਦੇ ਪਿੱਛੇ ਕਿਉਂ ਲੱਗੇ ਆ। ਮਹਾਰਾਜ ਕਹਿੰਦੇ ਨੇ ਵੀ ਇਹ ਕੰਗਾਲ ਨੇ, ਇਹ ਬੜੇ ਗਰੀਬ ਬੰਦੇ ਨੇ, ਆਪਾਂ ਇਹਨਾਂ ਨੂੰ ਅਮੀਰ ਕਰਨ ਆਏ ਆ। ਮਹਾਰਾਜ ਕਈ ਬੜੇ ਬੜੇ ਵੱਡੇ ਅਮੀਰ ਵੀ ਨੇ, ਉਹ ਵੀ ਤੇ ਤੁਹਾਨੂੰ ਚੰਗਾ ਨਹੀਂ ਸਮਝਦੇ। ਹਜ਼ੂਰ ਕਹਿੰਦਾ ਉਹੀ ਤੇ ਕੰਗਾਲ ਨੇ। ਮਹਾਰਾਜ ਮੈਂ ਸਮਝਿਆ ਨਹੀਂ। ਗੁਰੂ ਸਾਹਿਬ ਕਹਿੰਦੇ ਭਾਈ ਮਰਦਾਨਿਆਂ ਜਦੋਂ ਕਿਸੇ ਦੇ ਘਰ ਜਾਈਦਾ, ਕੋਈ ਗਰੀਬ ਹੋਵੇ ਤੇ ਉਹ ਆਪਣੇ ਅੱਗੇ ਜਦੋਂ ਪ੍ਰਸ਼ਾਦਾ ਰੱਖਦਾ ਹੈ ਤੇ ਉਹ ਇੱਕ ਸਬਜ਼ੀ ਰੱਖੇਗਾ, ਸੁੱਕੇ ਪ੍ਰਸ਼ਾਦੇ ਹੋਣਗੇ। ਤੇ ਜਦੋਂ ਆਪਾਂ ਕਿਸੇ ਅਮੀਰ ਦੇ ਘਰ ਹੁੰਨੇ ਆ ਤੇ 36 ਪ੍ਰਕਾਰ ਦੇ ਭੋਜਨ ਰੱਖਦਾ ਹੈ, ਬੜੇ ਪੂੜੇ ਰੱਖਦਾ ਹੈ। ਮਹਾਰਾਜ ਕਹਿੰਦੇ ਨੇ ਜਿਹੜੇ ਬੰਦੇ ਅੰਦਰ ਜੈਸਾ ਕੁਝ ਹੁੰਦਾ ਹੈ ਉਹ ਵੈਸਾ ਹੀ ਰੱਖਦਾ। ਉੱਥੋਂ ਪਤਾ ਲੱਗਦਾ ਹੈ ਅਮੀਰ ਹੈ ਕਿ ਗਰੀਬ ਹੈ। ਤੁਸੀਂ ਕਿਸੇ ਨਾਲ ਬਦਤਮੀਜ਼ੀ ਕਰ ਰਹੇ ਹੋ, ਤੁਹਾਡੇ ਜੀਵਨ ਤੋਂ ਪਤਾ ਲੱਗਦਾ ਵੀ ਤੁਸੀਂ ਗਰੀਬ ਹੋ ਕਿ ਅਮੀਰ ਹੋ। ਭਾਈ ਹੇਮਾ ਗੁਰੂਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਘਰ ਜਗ੍ਹਾ ਦਿੰਦਾ ਹੈ ਤਰਨ ਤਾਰਨ ਸਾਹਿਬ, ਪਰ 84 ਪਿੰਡਾਂ ਦਾ ਮਾਲਕ ਭਾਈ ਲੰਗਾ ਨਹੀਂ ਜਗ੍ਹਾ ਦਿੰਦਾ। ਗੁਰੂ ਅਰਜਨ ਸਾਹਿਬ ਜਿਸ ਵੇਲੇ ਤਰਨ ਤਾਰਨ ਸਾਹਿਬ ਗਏ ਨੇ ਤੇ ਉਸ ਚੌਧਰੀ ਜਿਹੜਾ ਸਖੀ ਸਰਵਰ ਨੂੰ ਮੰਨਦਾ ਸੀ ਉਹਨੇ ਤੇ ਗੁਰੂ ਸਾਹਿਬ ਨੂੰ ਨਹੀਂ ਜਗ੍ਹਾ ਦਿੱਤੀ। ਉਹ ਤੇ ਬੜੀ ਦੇਰ ਬਾਅਦ ਜਾ ਕੇ ਗੁਰੂ ਸਾਹਿਬ ਦਾ ਸਿੱਖ ਬਣਿਆ। ਗੁਰੂ ਮਹਾਰਾਜ ਇੱਥੇ ਬਖਸ਼ਿਸ਼ ਕਰ ਰਹੇ ਨੇ, ਭਾਈ ਪਰਮੇਸ਼ਰ ਦੇ ਨਾਮ ਨਾਲ ਜਦੋਂ ਅਸੀਂ ਰੱਜ ਜਾਈਏ, ਰੱਜ ਜਾਣ ਦਾ ਭਾਵ ਸਾਡੇ ਅੰਦਰ ਕੋਈ ਲਾਲਚ ਇਹੋ ਜਿਹੀ ਤ੍ਰੇਹ ਨਾ ਰਵੇ ਵੀ ਭਾਈ ਹੇਮਾ ਸੋਚਦਾ ਵੀ ਗੁਰੂ ਅਰਜਨ ਸਾਹਿਬ ਮੇਰੇ ਘਰ ਠਹਿਰੇ ਨੇ, ਹੁਣ ਪਤਾ ਨਹੀਂ ਮੈਨੂੰ ਕੀ ਕੀ ਦੇਣਗੇ, ਮੈਂ ਇਹਨਾਂ ਤੋਂ ਆ ਮੰਗਾਂਗਾ। ਭਾਈ ਹੇਮੇ ਨੇ ਗੁਰੂ ਅਰਜਨ ਸਾਹਿਬ ਨੂੰ ਆਪਣੇ ਘਰ ਇਸ ਲਈ ਆਪਣੀ ਛੱਪਰੀ ਵਿੱਚ ਥਾਂ ਦਿੱਤੀ ਕਿ ਗੁਰੂ ਅਰਜਨ ਸਾਹਿਬ ਨੇ ਤਰਨ ਤਾਰਨ ਸਾਹਿਬ ਦਾ ਸਰੋਵਰ ਧਰਮਸਾਲ ਬਣਾਣੀ, ਕੋੜੀ ਘਰ ਬਣਾਉਣਾ, ਗੁਰੂ ਨੇ ਲੰਗਰ ਲਾ ਦੇਣੇ, ਮਹਾਰਾਜ ਨੇ ਇਹੋ ਜਿਹੀਆਂ ਸਰਾਵਾਂ ਬਣਾ ਦੇਣੀਆਂ। ਉਹਨੇ ਕਹਿੰਦੇ ਸੱਚੇ ਪਾਤਸ਼ਾਹ ਕਿੱਡਾ ਵਧੀਆ ਕੰਮ ਕਰ ਰਹੇ ਨੇ। ਮਹਾਰਾਜ ਦੀ ਇੱਜ਼ਤ ਨੂੰ ਮੁੱਖ ਰੱਖ ਕੇ, ਗੁਰੂ ਦੀ ਸ਼ਖਸੀਅਤ ਨੂੰ ਮੁੱਖ ਰੱਖ ਕੇ ਆਪਣੇ ਘਰ ਥਾਂ ਦਿੱਤੀ। ਮਹਾਰਾਜ ਮੇਰੇ ਘਰ ਠਹਿਰੋ, ਤੁਸੀਂ ਕਿੱਡੇ ਚੰਗੇ ਸੱਜਣ ਹੋ। ਗੁਰੂਦੇਵ ਮਹਾਰਾਜ ਇੱਥੇ ਕਹਿ ਰਹੇ ਨੇ ਪਰਮੇਸ਼ਰ ਜਦੋਂ ਕਿਸੇ ਨੂੰ ਰਜਾਂਦਾ ਹੈ, ਇਹਦਾ ਭਾਵ ਮਨ ਦਾ ਰੱਜਣ ਦਾ ਭਾਵ ਹੁੰਦਾ ਹੈ ਜਦੋਂ ਜੀਵਨ ਸੰਤੋਖੀ ਹੋ ਜਾਏ। ਪਰਮੇਸ਼ਰ ਤੋਂ ਬਿਨਾ ਕੋਈ ਸੰਤੋਖੀ ਤੇ ਸਬਰ ਸਿਦਕ ਵਾਲਾ ਨਹੀਂ ਹੋ ਸਕਦਾ। ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਕੀ ਮਿਟੈ ਨਾ ਭੂਖਾ। ਗੁਰੂ ਮਹਾਰਾਜ ਕਹਿ ਰਹੇ ਨੇ ਕਿ ਭਾਈ ਬੰਦੇ ਦੇ ਅੰਦਰ ਤ੍ਰਿਸ਼ਨਾ ਖਾਣ ਦੀ ਵੀ ਹੋ ਸਕਦੀ, ਪਹਿਨਣ ਦੀ ਵੀ ਹੋ ਸਕਦੀ, ਪੈਸੇ ਦੀ, ਕਈ ਤਰੀਕਿਆਂ ਨਾਲ ਤ੍ਰਿਸ਼ਨਾ ਹੋ ਸਕਦੀ। ਇੱਥੇ ਮਹਾਰਾਜ ਕਹਿ ਰਹੇ ਨੇ ਬੰਦਾ ਭੋਜਨ ਕਰਦਾ ਹੈ ਤੇ ਸਵੇਰੇ ਕੀ ਬਣੇਗਾ, ਪਰਸੋਂ ਕੀ ਬਣੇਗਾ। ਅੱਜ ਇਸ ਸ਼ਹਿਰ ਆਪਾਂ ਛਕਿਆ, ਹੁਣ ਅਗਲੇ ਸ਼ਹਿਰ ਕਿਸੇ ਜਾਵਾਂਗੇ, ਕੱਲ ਕਿਸੇ ਹੋਰ ਡਿਸ਼ ਦਾ ਸਵਾਦ ਵੇਖਾਂਗੇ। ਗੁਰੂ ਸਾਹਿਬ ਕਹਿੰਦੇ ਬੰਦਾ ਅਨੇਕਾਂ ਹੀ ਭੋਜਨ, ਬੜੇ ਸਵਾਦਲੇ ਭੋਜਨ ਖਾਂਦਾ ਹੈ, ਪਰ ਮਹਾਰਾਜ ਕਹਿੰਦੇ ਉਹਦੀ ਭੁੱਖ ਨਹੀਂ ਮਿਟਦੀ ਹੈ। ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਰੱਜ ਮਨੁੱਖ ਉਸ ਦਿਨ ਹੀ ਸਕਦਾ ਜਿੱਦਣ ਉਸ ਰੱਜੇ ਅਕਾਲ ਪੁਰਖ ਦੇ ਨਾਲ ਉਸ ਦਾ ਮਿਲਾਪ ਹੋਵੇਗਾ। ਉਹਨਾਂ ਚਿਰ ਮਨੁੱਖ ਰੱਜ ਨਹੀਂ ਸਕਦਾ
ਜਿੰਨਾ ਚਿਰ ਆਪਣੇ ਰੋਲ ਮਾਡਲ ਤੇ ਆਪਣੇ ਆਦਰਸ਼ ਉਹ ਦੁਨੀਆ ਦੇ ਰਾਜ਼ੀਆਂ ਨੂੰ ਮੰਨੇਗਾ। ਜਦੋਂ ਉਹ ਗੁਰੂ ਨੂੰ ਆਪਣਾ ਰੋਲ ਮਾਡਲ ਤੇ ਆਪਣਾ ਆਦਰਸ਼ ਮੰਨੇਗਾ ਉਹ ਜ਼ਰੂਰ ਰੱਜ ਜਾਏਗਾ। ਉਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾਂ ਕੋਖਾ। ਗੁਰੂ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਵੇਂ ਇੱਕ ਵਿਕਾਰੀ ਮਨੁੱਖ ਅਨੇਕਾਂ ਇਸਤਰੀਆਂ, ਜਿਵੇਂ ਰਾਜੇ ਬਹੁਤ ਸਾਰੀਆਂ ਰਾਣੀਆਂ ਰੱਖਦੇ ਸਨ, ਮਹਾਰਾਜ ਕਹਿੰਦੇ ਫੇਰ ਵੀ ਉਹਨਾਂ ਦਾ ਜੀਵਨ ਇੰਨੀਆਂ ਰਾਣੀਆਂ ਹੋਣ ਦੇ ਬਾਵਜੂਦ ਵੀ ਪਰਾਏ ਘਰ ਦੇ ਉੱਤੇ ਨਜ਼ਰ ਜਿਹੜੀ ਆਪਣੀ ਗੰਦੀ ਮਾੜੀ ਨਜ਼ਰ ਬਣਾ ਕੇ ਰੱਖਦੇ ਸਨ। ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨਾ ਚੂਕੈ। ਗੁਰੂ ਸਾਹਿਬ ਨੇ ਇੱਕ ਕੁੱਤੇ ਦੀ ਉਦਾਹਰਣ ਦਿੱਤੀ ਹੈ ਕਿ ਜਿਵੇਂ ਕੁੱਤਾ ਹਰ ਘਰ ਦੇ ਵਿੱਚ ਭੱਜਾ ਫਿਰਦਾ ਹੈ ਤੇ ਮੂੰਹ ਭਾਂਡਿਆਂ ਦੇ ਵਿੱਚ ਪਾ ਰਿਹਾ ਹੈ, ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਰਾਜੇ ਜਿਹੜੇ ਸਨ ਉਹ ਕਾਮੀ ਵਾਸ਼ਨਾ ਵਿੱਚ ਆ ਕਰਕੇ ਆਪਣੀ ਭੈੜੀ ਨਜ਼ਰ ਦੂਜਿਆਂ ਦੇ ਘਰਾਂ ਉੱਪਰ ਰੱਖਦੇ ਸਨ। ਦਿਨ ਪ੍ਰਤ ਕਰੈ ਕਰੈ ਪਛੁਤਾਪੈ, ਸੋਗ ਲੋਭ ਮਹਿ ਸੂਕੈ। ਦਿਨ ਪ੍ਰਤ ਹਰ ਵੇਲੇ ਮਨੁੱਖ ਮਾੜੇ ਕਰਮ ਕਰਦਾ ਹੈ ਤੇ ਮਾੜੇ ਕਰਮ ਕਰਕੇ ਕਦੀ ਕਦੀ ਅੰਦਰ ਵਿਚਾਰ ਆਉਂਦਾ ਵੀ ਮੈਂ ਮਾੜੇ ਕਰ ਰਿਹਾ, ਪਛਤਾਉਂਦਾ ਵੀ ਹੈ। ਪਛਤਾ ਕਰਕੇ ਮਹਾਰਾਜ ਕਹਿੰਦੇ ਨੇ ਸੋਗ ਲੋਭ ਮੈਂ ਸੂਕੈ, ਆਤਮਿਕ ਜੀਵਨ ਦਾ ਸੁੱਕ ਜਾਣਾ, ਸਿੱਖੀ ਜੀਵਨ ਦਾ ਸੁੱਕ ਜਾਣਾ, ਅੰਦਰ ਦੇ ਮਨ ਅੰਦਰ ਗੁਰਦੇਵ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਬੰਦਗੀ ਦਾ ਸੁੱਕ ਜਾਣਾ। ਰੋਜ਼ ਅਸੀਂ ਬਚਨ ਪੜ੍ਹ ਰਹੇ ਹਾਂ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸੁੱਕਿਆ ਵੀ ਹਰਾ ਹੋ ਸਕਦਾ ਹੈ ਜੇ ਉਹ ਗੁਰੂ ਦੀ ਸ਼ਰਨ ਵਿੱਚ ਆਏ। ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਦਾਨਾ। ਅੰਮ੍ਰਿਤ ਏਕ ਨਿਦਾਨਾ, ਇੱਕੋ ਹੀ ਖਜ਼ਾਨਾ ਹੈ ਨਾਮ ਅੰਮ੍ਰਿਤ ਦਾ, ਜਿੱਥੋਂ ਅਸੀਂ ਇਹ ਨਾਮ ਅਮੋਲਕ ਪ੍ਰਾਪਤ ਕਰਕੇ ਆਪਣੇ ਜੀਵਨ ਦੀ ਸਾਂਝ ਬਣਾ ਕਰਕੇ ਆਪਣਾ ਆਤਮਿਕ ਜੀਵਨ ਬਣਾ ਸਕਦੇ ਹਾਂ। ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ, ਨਾਨਕ ਗੁਰ ਤੇ ਜਾਨਾ। ਗੁਰੂ ਤੋਂ ਹੀ ਜਾਣਿਆ ਜਾਂਦਾ ਹੈ ਕਿ ਕਿਹੜਾ ਖਜ਼ਾਨਾ ਹੈ, ਜਿਸ ਖਜ਼ਾਨੇ ਨਾਲ ਸਾਂਝ ਪਾ ਕੇ ਮੈਂ ਆਪਣੇ ਜੀਵਨ 'ਚ ਸਹਿਜ ਲੈ ਆਵਾਂ, ਆਪਣੇ ਜੀਵਨ 'ਚ ਆਨੰਦ ਲੈ ਆਵਾਂ। ਮਹਾਰਾਜ ਕਹਿੰਦੇ ਨੇ ਸੰਤ ਜਨਾਂ ਦੀ ਸੰਗਤ ਵਿੱਚ ਜੁੜ ਕਰਕੇ ਜਦੋਂ ਅਸੀਂ ਗੁਰੂ ਤੋਂ ਸਮਝ ਕੇ ਇਸ ਖਜ਼ਾਨੇ ਨਾਲ ਜੁੜਦੇ ਹਾਂ ਤੇ ਗੁਰਦੇਵ ਮਹਾਰਾਜ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਗੁਰਦੇਵ ਮਹਾਰਾਜ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।